ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਸੋ ਖਬਰਾਂ ਦੇ ਉੱਤੇ ਹੋਵੇਗੀ ਇਸ ਪ੍ਰੋਗਰਾਮ ਦੇ ਵਿੱਚ ਲਗਭਗ 25 ਮਿੰਟ ਚਰਚਾ ਤੇ ਮੇਰਾ ਸਾਥ ਦੇਣਗੇ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਭੱਟੀ। ਸੋ ਉਹਨਾਂ ਨਾਲ ਪਾਉਂਦੇ ਹਾਂ ਫਤਿਹ ਦੀ ਸਾਂਝ ਤੇ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ। ਭੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੱਟੀ ਸਾਹਿਬ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਭਾਜਪਾ ਦੇ ਨਾਲ ਉਹਨਾਂ ਦੀ ਨੇੜਤਾ ਦੇ ਚਰਚੇ ਜਿਹੜੇ ਆ ਉਹ ਛਿੜੇ ਹੋਏ ਆ, ਜਿਸ ਚੀਜ਼ ਨੂੰ ਲੈ ਕੇ ਅਕਾਲੀ ਦਲ ਜਿਹੜਾ ਆ ਥੋੜ੍ਹਾ ਆਪਣੇ ਆਪ ਦੇ ਵਿੱਚ ਥੋੜ੍ਹਾ ਇਹ ਮਹਿਸੂਸ ਕਰ ਰਿਹਾ ਆ ਕਿ ਸਾਡੀ ਪਾਰਟੀ ਨਾਲ ਸੰਬੰਧਿਤ ਵਿਅਕਤੀ ਜਿਹੜਾ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਰਿਹਾ। ਤੇ ਚਰਚੇ ਇਹ ਵੀ ਆ ਕਿ ਭਾਜਪਾ ਜਿਹੜੀ ਆ ਉਹ ਆਉਣ ਵਾਲੇ ਸਮੇਂ 'ਚ ਇਕੱਲੀ ਪੰਜਾਬ 'ਚ ਇਲੈਕਸ਼ਨ ਜਿਹੜੀ ਆ ਉਹ ਲੜ ਸਕਦੀ ਆ। ਚਾਹੇ ਕਿ ਜਿਮਨੀ ਚੋਣ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਭਾਜਪਾ ਦੀ ਕੋਈ ਬਹੁਤੀ ਜਿਹੜੀ ਆ ਉਹ ਨਜ਼ਰ ਨਹੀਂ ਆਈ ਕਿ ਉਹਨਾਂ ਦੀ ਕੰਪੇਨਿੰਗ ਜਿਸ ਤਰ੍ਹਾਂ ਉਹ ਕਹਿ ਰਹੇ ਆ ਜਾਂ ਕਿਹਾ ਜਾਵੇ ਉਹਨਾਂ ਦਾ ਪ੍ਰਭਾਵ ਬਹੁਤਾ ਨਜ਼ਰ ਨਹੀਂ ਆਇਆ। ਪਰ ਉਸ ਦੇ ਬਾਵਜੂਦ ਵੀ ਜੇਕਰ ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਵਿੱਚ ਜੇ ਜਾਂਦੇ ਆ ਤਾਂ ਇੱਕ ਵੱਡੇ ਲੀਡਰ ਦੇ ਨਾਲ ਜਾਣ ਦੇ ਨਾਲ ਕੁਝ ਨਾ ਕੁਝ ਫਰਕ ਤਾਂ ਜ਼ਰੂਰ ਪਏਗਾ। ਜਿਹੜੀ ਤੁਸੀਂ ਜਿਮਣੀ ਚੋਣ ਦੀ ਗੱਲ ਕੀਤੀ ਹੈ ਜੀ, ਖਾਸ ਕਰਕੇ ਵਿਸ਼ੇਸ਼ ਕਰਕੇ ਜਿਹੜੀ ਤੁਹਾਡੀ ਫਗਵਾੜਾ ਸੀਟ ਸੀਗੀ ਉੱਥੇ ਅਕਾਲੀਆਂ ਨੇ ਵੋਟਾਂ ਜਿਹੜੀਆਂ ਉਹ ਕਾਂਗਰਸ ਨੂੰ ਪਾਈਆਂ ਨੇ। ਇਹ ਸਪਸ਼ਟ ਆ। ਪਹਿਲਾਂ ਉਹਨਾਂ ਕਿਹਾ ਸੀ ਇਹ ਵੋਟਾਂ ਬੀਐਸਪੀ ਨੂੰ ਪਾ ਦਿਓ, ਤਾਂ ਉਹਨਾਂ ਕਹਿੰਦੇ ਬੀਐਸਪੀ ਨੂੰ ਪਾ ਦਿਆ ਉਮੀਦਵਾਰ ਤੇ ਜਿੱਤਣਾ ਨਹੀਂ ਤੇ ਵੋਟ ਖਰਾਬ ਕਰਾਂਗੇ। ਫਿਰ ਉਹਨਾਂ ਨੇ ਵੋਟਾਂ ਉੱਥੇ ਜਿਹੜੀਆਂ ਉਹ ਪਾਈਆਂ ਨੇ ਕਾਂਗਰਸ ਨੂੰ, ਜਿਹਦੇ ਕਰਕੇ ਇਹ ਸੀਟ ਜਿਹੜੀ ਉਹ ਜਿੱਤੀ ਗਈ ਹੈ। ਜਿਹੜੀ ਤੁਹਾਡੀ ਉੱਥੇ ਸੀਟ ਸੀ ਆਪਣੀ ਉਹ ਮਕੇਰੀਆਂ ਵਾਲੀ, ਉੱਥੇ ਵੀ ਜਿਹੜੇ ਅਕਾਲੀ ਉਹ ਕਾਂਗਰਸ ਨੂੰ ਭੁਗਤੇ ਨੇ, ਫਿਰ ਜਿੱਤੀ ਗਈ ਹੈ। ਵੈਸੇ ਜਿੱਤ ਨਹੀਂ ਸਕਦੇ ਉਹ। ਅਤੇ ਇਸ ਕਰਕੇ ਭਾਜਪਾ ਨੂੰ ਇਹਨਾਂ ਗੱਲਾਂ ਸਾਰੀਆਂ ਤਾਂ ਪਤਾ ਵਾ, ਏਜੰਸੀਆਂ ਰਿਪੋਰਟਾਂ ਦਿੰਦੀਆਂ ਨੇ। ਲੇਕਿਨ ਜਿਹੜੀ ਢੀਂਡਸਾ ਨਾਲ ਨੇੜਤਾ ਦੀ ਭਾਜਪਾ ਦੀ ਵਧਣੀ ਅਤੇ ਅਕਾਲੀਆਂ ਨੂੰ ਤਕਲੀਫ ਹੋਣੀ ਹੈ ਅਤੇ ਨੈਚੁਰਲੀ ਹੈ। ਉਹ ਨਹੀਂ ਚਾਹੁੰਦੇ ਵੀ ਢੀਂਡਸੇ ਵਰਗੇ ਬੰਦੇ ਜਿਹੜੇ ਆ ਉਹ ਇਸ ਵੇਲੇ ਭਾਜਪਾ ਨਾਲ ਨੇੜਤਾ ਕਰਨ। ਪਹਿਲਾਂ ਢੀਂਡਸਾ ਸਾਹਿਬ ਨੂੰ ਅਕਾਲੀਆਂ 'ਤੇ ਪੁੱਛਣ ਤੋਂ ਬਗੈਰ ਪਦਮ ਸ਼੍ਰੀ ਕੇ ਪਦਮ ਭੂਸ਼ਣ ਜਿਹੜਾ ਸੀ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਜਿਹੜੀ ਇਸ ਵੇਲੇ ਦੂਸਰੀ ਵੱਡੀ ਘਟਨਾ ਵਾਪਰੀ, ਜਦੋਂ ਖੱਟਰ ਸਾਹਿਬ ਨੇ ਆਪਣੀ ਦੂਸਰੀ ਵਾਰੀ ਮੁੱਖ ਮੰਤਰੀ ਸਹੁੰ ਚੁੱਕਣੀ ਸੀ ਅਤੇ ਢੀਂਡਸਾ ਸਾਹਿਬ ਨੂੰ ਮਹਿਮਾਨਾਂ ਦੀ ਪਹਿਲੀ ਕਤਾਰ 'ਚ ਬਿਠਾਇਆ ਗਿਆ। ਉਹ ਵੀ ਤਾਂ ਅਕਾਲੀਆਂ ਨੂੰ ਚੁੱਭਣੀ ਸੀ, ਭਾਵੇਂ ਕਿ ਉੱਥੇ ਵੱਡੇ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਸੱਦਿਆ ਗਿਆ ਸੀ, ਲੇਕਿਨ ਇਹ ਉਹਨਾਂ ਨੂੰ ਕੋਈ ਬਹੁਤਾ ਗੁਆਰਾ ਨਹੀਂ ਲੱਗਾ। ਇਸ ਕਰਕੇ ਢੀਂਡਸਾ ਸਾਹਿਬ ਦੀਆਂ ਭਾਜਪਾ ਨਾਲ ਸਿੱਧੀਆਂ ਨੇੜਤਾ ਜਿਹੜੀਆਂ ਉਹ ਅਕਾਲੀ ਲਈ ਸੰਕਟ ਪੈਦਾ ਕਰ ਰਹੀਆਂ ਨੇ। ਗੱਲ ਭੱਟੀ ਸਾਹਿਬ ਹੋ ਰਿਹਾ, ਅਕਾਲੀ ਦਲ ਇਹ ਵੀ ਸੁਣਨ ਦੇ ਵਿੱਚ ਆਇਆ, ਇਹ ਕਹਿ ਰਿਹਾ ਵਾ ਕਿ ਕਾਂਗਰਸ ਤੋਂ ਲੋਕ ਨਾਰਾਜ਼ ਜ਼ਰੂਰ ਹੈਗੇ ਆ, ਉੱਧਰੋਂ ਟੁੱਟ ਵੀ ਰਹੇ ਆ, ਪਰ ਉਨੀ ਵੱਡੀ ਗਿਣਤੀ 'ਚ ਅਕਾਲੀਆਂ ਨਾਲ ਜੁੜ ਨਹੀਂ ਰਹੇ। ਨਹੀਂ, ਅਕਾਲੀਆਂ ਨਾਲ ਜੁੜ ਨਹੀਂ ਰਹੇ। ਬੇਸਿਕਲੀ ਅੱਜ ਦੀ ਡੇਟ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਤੀਸਰੇ ਬਦਲ ਦੇ ਹੱਕ ਦੇ ਵਿੱਚ ਨੇ, ਲੇਕਿਨ ਜੇ ਫਿਰ ਵੀ ਉਹਨਾਂ ਨੂੰ ਨਾ ਮਿਲਿਆ ਤਾਂ ਮੈਂ ਸੋਚਦਾ ਵੀ ਜੇ ਟੁੱਟੇ ਵੀ ਹੋਣਗੇ ਤਾਂ ਜਿਸ ਤਰੀਕੇ ਨਾਲ ਇਹਨਾਂ ਨੂੰ ਆਸ ਸੀ ਨਾ ਅਕਾਲੀ ਦਲ ਨੂੰ ਵੀ ਲੋਕ ਕਾਂਗਰਸ ਤੋਂ ਤੰਗ ਆ ਕੇ ਸਾਡੇ ਨਾਲ ਜਿਹੜਾ ਸੀ ਉਹ ਬੜੀ ਵੱਡੀ ਗਿਣਤੀ ਜਾ ਜਾਣਗੇ, ਉਹ ਗੱਲ ਸਾਬਤ ਨਹੀਂ ਹੋਈ। ਅਕਾਲੀ ਅੱਜ ਵੀ ਚਿੰਤਤ ਨੇ ਵੀ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਉਹਦੇ ਵਿੱਚ ਸਾਡਾ ਕੀ ਬਣੂਗਾ। ਲੇਕਿਨ ਮੈਂ ਸੋਚਦਾ ਵੀ ਆਉਣ ਵਾਲੇ ਜਿਹੜਾ ਅਗਲਾ ਸਾਲ ਆ, ਲਾਸਟ ਸਾਲ ਆ ਜਿਹੜਾ ਵਾ, ਉਹਦੇ ਵਿੱਚ ਜੇ ਕਿਤੇ ਕਾਂਗਰਸ ਨੇ ਜਿਹੜੀ ਸੀ 2-3 ਵੱਡੇ ਕੰਮ ਕਰ ਦਿੱਤੇ ਅਤੇ ਫਿਰ ਕਾਂਗਰਸ ਦੁਬਾਰਾ ਆਪਣੀ ਸਰਕਾਰ ਬਣਾ ਸਕਦੀ ਆ। ਲੇਕਿਨ ਜਿਹੜੀ ਕਾਂਗਰਸ ਦੀ ਆਪਸੀ ਪਾਟੋ ਤਾੜ ਆ, ਜਿਹੜੀ ਕੈਪਟਨ ਦੀ ਡਿਕਟੇਟਰਸ਼ਿਪ ਆ, ਜਿਹੜਾ ਇਸ ਵੇਲੇ ਕਿਸਾਨਾਂ ਨਾਲ ਕੀਤੇ ਸਮਝੌਤੇ ਜਾਂ ਵਾਅਦੇ ਕੀਤੇ ਉਹ ਲਾਗੂ ਨਹੀਂ ਕੀਤੇ ਗਏ, ਉਹ ਜ਼ਰੂਰ ਹਾਲ ਦੀ ਘੜੀ ਜਿਹੜੀ ਉਹ ਕਾਂਗਰਸ ਨੂੰ ਚੁੱਭ ਰਿਹਾ। ਲੇਕਿਨ ਲੋਕਾਂ ਨੂੰ ਇਹ ਵੀ ਪਤਾ ਵਾ ਵੀ ਸਾਡੇ ਕੋਲ ਵਿਕਲਪ ਕੋਈ ਹੋਰ ਹੈ ਨਹੀਂ। ਜੇ ਕਿਤੇ ਕੋਈ ਚੰਗਾ ਤੀਸਰਾ ਬਦਲ ਬਣਦਾ ਤਾਂ ਲੋਕ ਪੰਜਾਬ ਦੇ ਜਿਹੜੇ ਆ ਉਹ ਬਿਲਕੁਲ ਉਸੇ ਵੇਲੇ ਉਸ ਪਾਸੇ ਟੁਰ ਜਾਣਗੇ। ਉਹਦਾ ਕਾਰਨ ਇਹ ਆ, ਹਿੰਦੁਸਤਾਨ ਦੀਆਂ ਜਿੰਨੀਆਂ ਵੀ ਸਟੇਟ ਆ ਉਹਦੇ ਵਿੱਚ ਸਿਆਸਤ ਦੀ ਸਿਆਸੀ ਤੌਰ 'ਤੇ ਸਭ ਤੋਂ ਵੱਧ ਅਵੇਅਰ ਪੰਜਾਬ ਦੇ ਲੋਕ ਨੇ। ਉਹ ਸਮਝਦੇ ਵੀ ਇਸ ਵੇਲੇ ਕੀ ਹੋ ਰਿਹਾ ਕਿ ਹਰ ਘਰ ਦੇ ਵਿੱਚ ਸਿਆਸਤ ਆ। ਇੱਕ ਘਰ ਦੇ 4 ਜੀਅ ਅਤੇ 4 ਨੇ ਵੱਖੋ ਵੱਖਰੀ ਵੋਟ ਪਾਉਂਦਾ, ਕੋਈ ਆਪ ਨੂੰ ਪਾਉਂਦਾ, ਕੋਈ ਕਮਿਊਨਿਸਟਾਂ ਨੂੰ ਪਾਉਂਦਾ, ਕੋਈ ਕਾਂਗਰਸ ਨੂੰ ਪਾਉਂਦਾ, ਕੋਈ ਅਕਾਲੀਆਂ ਨੂੰ ਪਾਉਂਦਾ। ਆਮ ਤੌਰ 'ਤੇ ਤੁਸੀਂ ਬਿਹਾਰ ਬੰਗਾਲ ਚਲੇ ਜਾਓ, ਉੱਥੇ ਤਾਂ ਹੁਣ ਤਾਂ ਚਲੋ ਥੋੜ੍ਹਾ ਜਿਹਾ ਜੋ ਸਾਡੀ ਪੰਜਾਬ ਪੁਲਿਸ ਗਈ ਠੀਕ ਕੀਤਾ ਉਹਨਾਂ ਨੇ ਪਿੱਛੇ ਜੇ, ਨਹੀਂ ਤਾਂ ਪਹਿਲਾਂ ਤਾਂ ਇੱਕ ਘਰ ਦਾ ਜੀਅ ਹੁੰਦਾ ਜਾ ਕੇ ਸਾਰੇ ਠੱਪੇ ਲਾਉਂਦਾ ਸੀ, ਵੋਟਾਂ ਪੈ ਗਈਆਂ ਜੀ। ਇਸ ਕਰਕੇ ਪੰਜਾਬ ਦੇ ਲੋਕ ਜ਼ਿਆਦਾ ਅਵੇਅਰ ਆ। ਜੇ ਕੋਈ ਤੀਸਰਾ ਮੰਚ ਵਧੀਆ ਬਣਦਾ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਆ, ਸੁਖਪਾਲ ਸਿੰਘ ਖਹਿਰਾ ਵਾ, ਜਿਹਦੇ ਵਿੱਚ ਵੀਰ ਦਵਿੰਦਰ ਆ, ਜਿਹਦੇ ਵਿੱਚ ਜਗਮੀਤ ਬਰਾੜ ਆ, ਇਹ ਸਾਰੇ ਵਿੱਚ ਆ ਕੇ ਬਣਦੇ ਅਤੇ ਮੈਂ ਸੋਚਦਾ ਵੀ ਉਹ ਮੰਚ ਬਣਦਾ ਅਤੇ ਲੋਕ ਉਹਨੂੰ ਪ੍ਰਵਾਨ ਕਰ ਲੈਣਗੇ ਅਤੇ ਫਿਰ ਕਾਂਗਰਸ ਦੇ ਲਈ ਅਤੇ ਅਕਾਲੀਆਂ ਲਈ ਦੋਵਾਂ ਲਈ ਜਿਹੜੀ ਸੰਕਟ ਪੈਦਾ ਹੋਏਗਾ ਜੀ। ਭੱਟੀ ਸਾਹਿਬ, ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੁੱਲ੍ਹ ਰਿਹਾ ਹੈ 9 ਤਰੀਕ ਨੂੰ, ਉੱਥੇ ਪਹਿਲਾ ਜਥਾ ਜਿਹੜਾ ਜਾ ਰਿਹਾ ਉਸ ਦੇ ਵਿੱਚ ਅਕਾਲੀ ਦਲ ਦੇ ਲੀਡਰ, ਕਾਂਗਰਸ ਦੇ ਲੀਡਰ
ਤੇ ਜਿਹੜੇ MLAs ਮੌਜੂਦਾ ਨੇ ਤੇ ਜਿਹੜੇ ਸਾਬਕਾ MLA ਇਹ ਸਾਰੇ ਜਿਹੜੇ ਆ ਇੱਕ ਜਥੇ ਦੇ ਰੂਪ ਦੇ ਵਿੱਚ ਜਿਹੜਾ ਆ ਉਹ ਜਾਣਗੇ। ਪਰ ਇਹ ਚਰਚਾ ਜਿਹੜੀ ਆ ਉਹ ਛਿੜੀ ਹੋਈ ਆ ਕਿ ਹਰਸਿਮਰਤ ਬਾਦਲ ਦਾ ਨਾਮ ਜਿਹੜਾ ਆ ਉਹ ਉਸ ਜਥੇ 'ਚ ਨਹੀਂ ਹੈਗਾ, ਜਿਹੜਾ ਸਰਕਾਰੀ ਤੌਰ ਦੇ ਉੱਤੇ ਪਾਕਿਸਤਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਪਹਿਲਾ ਜਥਾ ਜਾ ਰਿਹਾ। ਵੇਖੋ ਜਿਹੜੀ ਬੀਬੀ ਹਰਸਿਮਰਤ ਕੌਰ ਦਾ ਬਿਆਨ ਦਾ ਬਾਦਲਾ ਬਿਆਨ ਹੈ ਨਾ, ਉਹਨੇ ਬਹਾਨਾ ਇਹ ਬਣਾਇਆ ਵੀ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਿਹੜਾ ਜਾ ਰਿਹਾ ਉਹਦੇ ਨਹੀਂ ਜਾਣਾ ਮੈਂ। ਲੇਕਿਨ ਤੁਹਾਨੂੰ ਇਸ ਗੱਲ ਦਾ ਪਤਾ ਹੋ ਗਿਆ ਵੀ ਯੂਨੀਅਨ ਹੋਮ ਮਿਨਿਸਟਰ ਜਿਹੜੇ ਸਾਡੇ ਪੁਰੀ ਸਾਹਿਬ ਨੇ ਉਹ ਵੀ ਜਾ ਰਹੇ ਨੇ ਇਹਦੇ ਵਿੱਚ। ਜੇ ਪੁਰੀ ਸਾਹਿਬ ਜਾ ਰਹੇ ਆ ਤੇ ਫਿਰ ਯੂਨੀਅਨ ਮਿਨਿਸਟਰ ਦੀ ਅਗਵਾਈ ਹੋਏਗੀ। ਬੀਬੀ ਹਰਸਿਮਰਤ ਕੌਰ ਨੂੰ ਹੋ ਸਕਦਾ ਵੀ ਆਪਣੇ ਚਾਚੇ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਗਿਲਾ ਨਾ ਹੋਵੇ, ਲੇਕਿਨ ਉਹਨੂੰ ਸੈਂਟਰਲ ਹਾਈ ਕਮਾਂਡ 'ਤੇ ਗਿਲਾ ਜ਼ਰੂਰ ਆ ਵੀ ਮੈਂ ਕੈਬਨਿਟ ਮਿਨਿਸਟਰ ਸਾਂ ਤੇ ਉਹ ਸਟੇਟ ਮਿਨਿਸਟਰ ਸੀਗਾ, ਉਹਨੂੰ ਤੁਸੀਂ ਅਗਵਾਈ ਦਿੱਤੀ, ਮੈਨੂੰ ਕੋਈ ਨਹੀਂ ਦਿੱਤੀ। ਜੋ ਮੈਂ ਮਹਿਸੂਸ ਕਰਦਾ ਇਹ ਸਿਰਫ ਉਸ ਚੀਜ਼ ਨੂੰ ਲੈ ਕੇ ਨਹੀਂ ਜਾ ਰਹੀ ਤੇ ਬਹਾਨਾ ਕੈਪਟਨ ਅਮਰਿੰਦਰ ਸਿੰਘ ਦਾ ਬਣਾਇਆ ਜਾ ਰਿਹਾ ਵਾ। ਤੇ ਮੈਂ ਸੋਚਦਾ ਵੀ ਬੀਬੀ ਤੈਨੂੰ ਜਾਣ ਦੀ ਲੋੜ ਹੀ ਨਹੀਂ। ਜੋ ਇਹ ਜਿਹੜਾ ਡੈਪੂਟੇਸ਼ਨ ਜਾਣਾ ਵਾ, ਇਹ ਡੈਪੂਟੇਸ਼ਨ ਸਿਰਫ ਤੁਸੀਂ ਭੇਜਣਾ ਵਾ, ਲੇਕਿਨ ਸਾਰਿਆਂ ਨੇ ਮੱਥਾ ਸੰਗਤੀ ਰੂਪ 'ਚ ਟੇਕਣਾ। ਇਹ ਸੰਗਤ ਦੇ ਰੂਪ ਜਾਣਗੇ। ਇੱਥੇ ਸੰਗਤ ਹੀ ਲੀਡਰ ਹੈ ਤੇ ਸੰਗਤ ਦੀ ਜਿਹੜੀ ਸੇਵਾਦਾਰ ਆ, ਸਭ ਕੁਝ ਸੰਗਤ ਆ। ਤੇ ਜੇ ਬੀਬੀ ਅਜੇ ਵੀ ਤੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਤੇ ਫਿਰ ਮੈਂ ਸੋਚਦਾ ਵੀ ਤੂੰ ਕਰਤਾਰਪੁਰ ਲਾਂਘੇ ਤੇ ਸੁਹਿਰਦ ਨਹੀਂ। ਪਹਿਲਾਂ ਜਿਹੜੀਆਂ ਤੂੰ ਗੱਲਾਂ ਕੀਤੀਆਂ ਉਹ ਵੀ ਮਾੜੀਆਂ ਕੀਤੀਆਂ, ਜਿਹੜੀ ਹੁਣ ਕਰੀ ਉਹ ਵੀ ਮਾੜੀਆਂ ਕਰੀ। ਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚਾਹੀਦਾ ਵੀ ਗੁਰੂ ਘਰ ਦੇ ਨਾਲ ਮੱਥਾ ਨਾ ਲਾਵੇ। ਜਿਹਨੇ ਮੱਥਾ ਲਾਇਆ ਉਹਦਾ ਜੋ ਕੁਛ ਅਸਰ ਰਿਹਾ ਉਹ ਦੁਨੀਆ ਭਰ ਦੇ ਲੋਕ ਜਾਣਦੇ ਨੇ ਜੀ। ਭੱਟੀ ਸਾਹਿਬ $20 ਦੀ ਵੀ ਚਰਚਾ ਬੜੀ ਛਿੜੀ ਰਹਿੰਦੀ ਆ, ਰੋਜ਼ ਹੀ ਕੋਈ ਨਾ ਕੋਈ ਬਿਆਨ ਜਿਹੜਾ ਉਹ ਸਾਹਮਣੇ ਆ ਜਾਂਦਾ। ਪਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਉਹ ਪੈਸੇ ਦੇਣ ਵਾਸਤੇ ਤਿਆਰ ਆ $20, ਪਰ ਜਿਹੜੇ ਗੱਲ ਕਰੀਏ ਲੀਡਰ ਆ ਉਹ ਉਹਦੇ ਉੱਤੇ ਲਗਾਤਾਰ ਘਮਾਸਾਨ ਮਚਾਇਆ ਹੋਇਆ। ਕਦੀ ਕੋਈ ਬਿਆਨ ਦੇ ਵਿੱਚ ਜੱਜੀਆ ਕਹਿ ਦਿੰਦਾ, ਕਦੀ ਕੋਈ ਕੁਛ ਕਹਿ ਦਿੰਦਾ, ਜਾਂ ਜ਼ਬਰਦਸਤੀ ਵਸੂਲੀ ਕਿਹਾ ਜਾਂਦਾ। ਇਸ ਤਰੀਕੇ ਦੀ ਗੱਲਾਂ ਜਿਹੜੀਆਂ ਆ ਉਹ ਸਾਹਮਣੇ ਆਉਂਦੀਆਂ ਆ। ਪਹਿਲੀ ਗੱਲ ਤੇ ਇਹ ਜਿਹੜੀ ਇਹ ਪ੍ਰੋਸੈਸਿੰਗ ਫੀਸ ਇਹ ਮਤਲਬ ਵੀ ਸ਼੍ਰੋਮਣੀ ਕਮੇਟੀ ਜਿਹੜੀ ਰੌਲਾ ਪਾਉਂਦੀ ਵੀ $20 ਜਜ਼ੀਆ ਲਾਇਆ। ਜਜ਼ੀਆ ਮੈਂਡੇਟਰੀ ਹੁੰਦਾ, ਮਤਲਬ ਇੱਕ ਧਰਮ ਦੇ ਲੋਕਾਂ ਦੇ ਸਾਰਿਆਂ ਤੇ ਲਾਇਆ ਜਾ ਟੈਕਸ ਹੁੰਦਾ ਵਾ। ਇਹ ਇਹੋ ਜਿਹਾ ਟੈਕਸ ਕੋਈ ਨਹੀਂ ਗਾ, ਇਹ ਸਿਰਫ ਪ੍ਰੋਸੈਸਿੰਗ ਫੀਸ ਆ ਉਹਨਾਂ ਦੀ। ਵੀ ਅਸੀਂ ਪ੍ਰਬੰਧ ਕਰਨੇ, ਸਭ ਕੁਛ ਕਰਨਾ, ਤੁਹਾਨੂੰ ਲੰਗਰ ਵੀ ਛਕਾਉਣਾ, ਤੁਹਾਨੂੰ ਉੱਥੇ ਬੱਸਾਂ 'ਚ ਵੀ ਲੈ ਕੇ ਆਉਣਾ। ਜਿਵੇਂ ਕੱਲ੍ਹ ਅਸੀਂ ਗੱਲ ਕੀਤੀ ਸੀ ਦੁਹਰਾਉਣਾ ਨਹੀਂ ਚਾਹੁੰਦੇ, ਉਹ ਪ੍ਰੋਸੈਸਿੰਗ ਫੀਸ ਆ। ਲੇਕਿਨ ਮੈਂ ਇਹ ਗੱਲ ਕਹੂੰਗੀ ਵੀ ਜਿਹੜੇ ਕੈਪਟਨ ਤੇ ਬਾਦਲ ਬਾਰ-ਬਾਰ ਕਰ ਰਹੇ ਨੇ ਵੀ ਇਹ ਜਜ਼ੀਆ ਜੀ ਇਹ ਫੀਸ ਨਹੀਂ ਲੱਗਣੀ ਚਾਹੀਦੀ, ਇਹ ਨਹੀਂ ਲੱਗਣੀ ਚਾਹੀਦੀ। ਸ਼੍ਰੋਮਣੀ ਕਮੇਟੀ ਅੱਜ ਵੀ $500 ਪ੍ਰੋਸੈਸਿੰਗ ਫੀਸ ਲੈਂਦੀ ਆ, ਜਦੋਂ ਕਿ ਉੱਥੇ 250-150 ਰੁਪਈਆ ਉਹਦੀ ਜਿਹੜੀ ਆ ਐਮਬੈਸੀ ਦੀ ਫੀਸ ਆ ਵੀਜ਼ੇ ਦੀ ਫੀਸ ਦੇਣ ਤੋਂ ਬਾਅਦ 350 ਰੁਪਏ ਕਾਹਦੇ ਲੈਂਦੇ ਹੋ ਤੁਸੀਂ ਵੀ ਸਾਡੇ ਮੁਲਾਜ਼ਮ ਲੱਗੇ ਨੇ, ਸਾਡੇ ਮੁਲਾਜ਼ਮਾਂ ਦਾ ਖਰਚਾ ਜੀ। ਜੇ ਸ਼੍ਰੋਮਣੀ ਕਮੇਟੀ ਲੈ ਸਕਦੀ ਆ ਤੇ ਜਿਹਨੇ ਐਡਾ ਵੱਡਾ ਲਾਂਘਾ ਕਰੋੜਾਂ ਰੁਪਏ ਲਾ ਕੇ ਬਣਾਇਆ ਉਹ ਲੈ ਲੂਗਾ ਤੇ ਕੀ ਆਖਰ ਆਉਣ ਲੱਗੀ ਉੱਥੇ। ਇੱਥੇ ਸੰਗਤਾਂ ਜਿਹੜੀਆਂ ਉਹ ਦੇਣ ਨੂੰ ਤਿਆਰ ਨੇ। ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਦਾ ਵਿਰੋਧ ਕੀਤਾ, ਫਿਰ ਕਿਸੇ ਲੱਗਦਾ ਸਿਆਣੇ ਬੰਦੇ ਨੇ ਸਮਝਾਇਆ, ਫਿਰ ਉਹਨਾਂ ਕਹਿਤਾ ਜੀ ਭਾਵੇਂ ਇਹ ਮਾफ़ ਕਰਨ ਜਾਂ ਨਾ ਕਰਨ ਅਸੀਂ ਮੱਥਾ ਟੇਕਣ ਜਾਵਾਂਗੇ ਆਪਣੇ ਗੁਰੂ ਦਰਬਾਰ ਦੇ ਵਿੱਚ। ਇੱਕ ਚੰਗੀ ਗੱਲ ਸੀ। ਲੇਕਿਨ ਆਹ ਜਿਹੜੇ ਬਾਦਲ ਤੇ ਕੈਪਟਨ ਰੌਲਾ ਪਾਉਂਦੇ, ਇਹਨਾਂ ਨੂੰ ਕੋਈ ਅਧਿਕਾਰ ਨਹੀਂ ਮੇਤੇ ਰੌਲਾ ਪਾਉਣ। ਦੋਵੇਂ ਪੰਥ ਦੋਖੀ ਨੇ। ਇੱਕ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਾਈ ਤੇ ਦੂਜੇ ਨੇ ਉਹਨਾਂ ਨੂੰ ਉਹਦੇ ਦੋਸ਼ੀਆਂ ਨੂੰ ਬਖਸ਼ਿਆ। ਇੱਕ ਨੇ ਗੁਰੂ ਸਾਹਿਬ ਦੀ ਬੇਦਬੀ ਕਰਾਈ, ਜਿਹਦੇ ਅੱਗੇ ਆ ਕੇ ਨਤਮਸਤ ਹੋ ਕੇ ਜਿਹੜੀ ਕਈ ਮੰਗਾਂ ਮੰਨਦੇ ਨੇ, ਆ ਕੇ ਸਰੋਪੇ ਲੈਂਦੇ ਨੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਵੀ ਮੈਂ ਇਹਦੇ ਦੋਸ਼ੀਆਂ ਸਜ਼ਾਵਾਂ ਦੀ ਦਿੱਤੀਆਂ ਅੱਜ ਤੱਕ। ਇਸ ਕਰਕੇ ਦੋਵੇਂ ਦੋਸ਼ੀ ਆ, ਦੋਵਾਂ ਨੂੰ ਕੋਈ ਅਧਿਕਾਰ ਨਹੀਂ ਵੀ ਉਹ ਇਹਦੇ 'ਤੇ ਗੱਲ ਕਰਨ, ਇਹਦੇ 'ਤੇ ਕੋਈ ਟਿੱਪਣੀ ਕਰਨ। ਇਸ ਲਾਂਘੇ ਦੇ ਉੱਤੇ ਲਾਂਘਾ ਜੇ ਖੋਲ੍ਹਿਆ ਵਾ ਸੈਂਟਰ ਸਰਕਾਰ ਦੇ ਤੇ ਜਿਹੜੀ ਆ ਪਾਕਿਸਤਾਨ ਸਰਕਾਰ ਦੇ ਰਲ ਕੇ ਖੋਲ੍ਹਿਆ ਵਾ, ਉਹਦੇ ਵਿੱਚ ਮੈਂ ਸੋਚਦਾ ਮੋਦੀ ਸਾਹਿਬ ਨਰਿੰਦਰ ਮੋਦੀ ਤੇ ਉਹਦੇ ਵਿੱਚ ਸਿਰਫ ਤੇ ਸਿਰਫ ਇਮਰਾਨ ਖਾਨ ਨੂੰ ਵਧਾਈ ਦੇ ਪਾਤਰ ਨੇ। ਉਹਦੇ ਵਿੱਚ ਸਾਧਨ ਇੱਕ ਬਣਿਆ ਸੀ ਆਪਣੇ ਨਵਜੋਤ ਸਿੰਘ ਸਿੱਧੂ, ਜਿਹਨੂੰ ਅੱਜ ਤੱਕ ਇਹ ਗਦਾਰ ਕਹਿੰਦੇ ਆਇਆ। ਇਹ ਕਹਿੰਦੇ ਰਹੇ ਜਨਰਲ ਬਾਜਵੇ ਦਾ ਜੱਫੀ ਕਿਉਂ ਪਾਈ, ਸਾਡੇ ਜਵਾਨ ਮਰ ਰਹੇ ਆ, ਜੇ ਤੁਹਾਡੇ ਮਾਰੇ ਤਾਂ ਉਹਨਾਂ ਦੇ ਨਹੀਂ ਮਰ ਰਹੇ। ਇਸ ਕਰਕੇ ਮੈਂ ਸੋਚਦਾ ਵੀ ਇਹਨਾਂ ਚੀਜ਼ਾਂ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ ਸਿਆਸੀ। ਜੇ ਇਹ ਦੋਵੇਂ ਗਲਤ ਨੇ, ਲੋਕਾਂ ਨੂੰ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ। ਲੋਕ ਵੱਧ ਚੜ੍ਹ ਕੇ ਜਾਣ, ਇਹਨਾਂ ਵਾਲੇ ਪਾਸੇ ਨੇ ਜਾਣ। ਤੇ ਪਾਕਿਸਤਾਨ ਸਰਕਾਰ ਨੂੰ ਵੀ ਇਸ ਚਾਹੁੰਦੇ, ਉਹਨਾਂ ਕੋਲ ਮਾਫੀ ਚਾਹੁੰਦੇ ਜੇ ਇਹਨਾਂ ਗਲਤ ਗੱਲਾਂ ਕੀਤੀਆਂ ਨੇ। ਤੇ ਉਹਨਾਂ ਨੂੰ ਚਾਹੀਦਾ ਵੀ ਲਾਂਘਾ ਜਿਹੜੇ ਸੀ ਉਹ ਸ਼ਿੱਦਤ ਨਾਲ ਖੋਲ੍ਹਣ ਤਾਂ ਕਿ ਲੋਕ ਵੱਡੀ ਗਿਣਤੀ ਮੱਥਾ ਟੇਕ ਸਕਣ। ਤੇ ਲੋਕਾਂ ਨੂੰ ਚਾਹੀਦਾ ਵੀ ਇਹਨਾਂ ਦੋਵਾਂ ਤਰ੍ਹਾਂ ਦਾ ਬਾਈਕਾਟ ਕਰਨ। ਦੋਵੇਂ ਗੁਰੂ ਗ੍ਰੰਥ ਸਾਹਿਬ ਦੋਸ਼ੀ ਨੇ, ਇੱਕ ਨੇ ਬੇਅਦਬੀ ਕਰਾਈ ਤੇ ਦੂਜੇ ਨੇ ਉਹਨੇ ਦੋਸ਼ੀ ਬਖਸ਼ੇ। ਦੋਵਾਂ ਦਾ ਬਾਈਕਾਟ ਕੀਤਾ ਜਾਵੇ। ਤੇ ਮੈਂ ਸਾਰਿਆਂ ਨੂੰ ਅਪੀਲ ਕਰਦੇ ਪੰਜਾਬ ਦੇ ਲੋਕਾਂ ਨੂੰ ਵੀ ਦੋਵਾਂ ਦਾ ਬਾਈਕਾਟ ਕੀਤਾ ਜਾਵੇ। ਭੱਟੀ ਸਾਹਿਬ
ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਤਾਂ ਫਿਰ ਇੱਕ ਵਾਰ ਉਹ ਚਰਚਾ ਦੇ ਵਿੱਚ ਹੈ। ਪਹਿਲਾਂ ਮਾਈ ਭਾਗੋ ਦਾ ਨਾਮ ਜਿਹੜਾ ਇੱਕ ਗੀਤ ਦੇ ਵਿੱਚ ਪਾ ਕੇ ਜਿਹੜਾ ਚਰਚਾ ਦੇ ਵਿੱਚ ਆਇਆ ਸੀ, ਤੇ ਦੁਬਾਰਾ ਉਹੀ ਗੀਤ ਦੇ ਉੱਤੇ ਉਹਨੇ ਮਾਫੀ ਮੰਗੀ, ਤੇ ਹੁਣ ਦੁਬਾਰਾ ਜਿਹੜਾ ਆਇਆ ਇੱਕ ਨਿਊਜ਼ੀਲੈਂਡ ਦੇ ਵਿੱਚ ਆਕਲੈਂਡ ਦੇ ਵਿੱਚ ਜਿਹੜਾ ਸ਼ੋਅ ਹੋਇਆ ਸੀਗਾ, ਉਹਦੇ ਵਿੱਚ ਫਿਰ ਇੱਕ ਗਾਣਾ ਜਿਹੜਾ ਆ ਬੋਲਿਆ ਗਿਆ ਇਹੀ ਗੀਤ, ਉਸ ਦੇ ਵਿੱਚ ਫਿਰ ਉਹ ਨਾਮ ਜਿਹੜਾ ਆ ਉਹ ਆਇਆ ਤੇ ਕਿਸੇ ਨੇ ਉੱਥੇ ਰਿਕਾਰਡਿੰਗ ਕਰ ਲਈ ਤੇ ਵੀਡੀਓ ਵਾਇਰਲ ਹੋ ਗਈ। ਤੇ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਸਫਾਈ ਦੇ ਰਿਹਾ ਕਿ ਉਹ CD ਚੱਲਦੀ ਪਈ ਸੀ ਪਿੱਛੇ, ਉਹਦੇ ਵਿੱਚ ਉਹ ਗਾਣਾ ਚੱਲ ਗਿਆ। ਜੇ ਉਹ ਇੰਨਾ ਸੁਹਿਰਦ ਹੁੰਦਾ ਤੇ ਉਹ CD ਜਿਹੜੀ ਉਹ ਚਲਾਉਂਦਾ ਆ ਆਪਣੇ, ਜਦੋਂ ਗੀਤ ਬੋਲਦਾ ਪਿੱਛੇ CD ਚਲਾ ਕੇ ਅੱਗੇ ਮੂੰਹ ਹਿਲਾਈ ਜਾਂਦੇ ਆ, ਉਹਦੇ ਵਿੱਚੋਂ ਪੈਰਾ ਕਟਾ ਵੀ ਸਕਦਾ ਸੀਗਾ। ਇਸ ਦੇ ਉੱਤੇ ਤੁਸੀਂ ਉਹਦੀ ਫਿਰ ਇੱਕ ਵਾਰ ਨਾਦਾਨੀ ਸਮਝਦੇ ਹੋ ਜਾਂ ਜਾਣਬੁੱਝ ਕੇ ਕੀਤੀ ਗਲਤੀ ਸਮਝਦੇ ਹੋ, ਜਾਂ ਫਿਰ ਆਪਣੇ ਤੌਰ ਤੇ ਇਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਹੋ? ਇਹਦੇ ਵਿੱਚ ਜਿਹੜੇ ਸਾਡੇ ਸਿੱਖ ਦੋ ਤਰ੍ਹਾਂ ਵੰਡੇ ਗਏ ਨੇ ਜੀ। ਇੱਕ ਉਹ ਜਿਹੜੇ ਉਹਦੇ ਹੱਕ 'ਚ ਨੇ, ਇੱਕ ਉਹ ਜਿਹੜੇ ਵਿਰੋਧ 'ਚ ਨੇ। ਮੈਂ ਸੋਚਦਾ ਵੀ ਅਕਾਲ ਤਖਤ ਨੂੰ ਇੱਕ ਕਮੇਟੀ ਬਣਾ ਕੇ ਇਹਦੀ ਪੂਰੀ ਪੜਤਾਲ ਕਰਾਉਣੀ ਚਾਹੀਦੀ। ਵਾਕਿਆ ਉਹ CDCP ਨੇ ਗਲਤੀ ਕੀਤੀ ਜਦੋਂ ਆਕਲੈਂਡ ਦੇ ਵਿੱਚ ਉੱਥੇ ਸਾਡੇ ਪੰਜਾਬੀਆਂ ਨੇ ਜਾ ਕੇ ਪਹਿਲਾਂ ਉਹਨੂੰ ਜਹਾਜ਼ 'ਤੇ ਜਾ ਖੜਿਆ, ਹੈਲੀਕਾਪਟਰ 'ਤੇ ਲੈ ਕੇ ਗਏ, ਫਿਰ ਟੈਂਕ 'ਤੇ ਲੈ ਕੇ ਗਏ। ਅਗਲੇ ਦਿਮਾਗ ਕਿਉਂ ਨਾ ਖਰਾਬ ਹੋਊਗਾ? ਉਸ ਦਾ ਇਹਨੇ ਲੋਕ ਮੇਰੇ ਦਾ ਮੈਂ ਨਾ ਅਕਾਲੀਆਂ ਕੋ ਕੀ ਲੈਣਾ। ਭਾਵੇਂ ਕੈਪਟਨ ਅਮਰਿੰਦਰ, ਭਾਵੇਂ ਜਥੇਦਾਰ ਅਕਾਲ ਤਖਤ ਨੇ ਇੰਨੀ ਗੱਲ ਕਹਿ ਦਿੱਤੀ ਸ਼੍ਰੋਮਣੀ ਕਮੇਟੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜੇ ਕਾਰਵਾਈ ਹੁੰਦੀ ਹੈ 295A ਦੀ, ਤੇ ਫਿਰ ਇਹ ਸਿੱਧੂ ਮੂਸੇਵਾਲਾ ਇਹ ਸਮਝ ਲਵੇ ਵੀ ਇਹਨੂੰ ਸਜ਼ਾ ਵੀ ਹੋਣੀ ਆ, ਅੰਦਰ ਵੀ ਜੇਲ੍ਹ 'ਚ ਵੀ ਰਹਿਣਾ ਪੈਣਾ, ਜ਼ਮਾਨਤ ਵੀ 2-3 ਮਹੀਨੇ ਨਹੀਂ ਹੋਣੀ, ਤੇ ਫਿਰ ਇਹਦੀ ਜ਼ਿੰਦਗੀ ਖਰਾਬ ਹੋਏਗੀ। ਇਸ ਕਰਕੇ ਜਿਹੜੇ ਲੋਕ ਉਹਦੇ ਹੱਕ 'ਚ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਇਹ ਸੱਚਾਈ ਸਾਹਮਣੇ ਲੈਂਦੀ ਜਾਵੇ। ਲੇਕਿਨ ਮੈਂ ਵੈਸੇ ਵੀ ਇੰਨੀ ਗੱਲ ਕਰੂੰ, ਮਾਈ ਭਾਗੋ ਕੋਲੇ ਕੋਈ ਰੁਤਬਾ ਨਹੀਂ ਸੀ ਹੈਗਾ ਆਪਣਾ ਕੋਈ ਗੁਰੂ ਸਾਹਿਬ ਦਾ, ਉਹਦੇ ਕੋਲ ਧਾਰਮਿਕ ਰੁਤਬਾ ਐਡਾ ਵੱਡਾ ਨਹੀਂ ਸੀ ਗੱਲ, ਲੇਕਿਨ ਉਹਦੀ ਕੁਰਬਾਨੀ ਬੜੀ ਵੱਡੀ ਸੀਗੀ। ਉਹਦੀ ਕੁਰਬਾਨੀ ਨੂੰ ਵੇਖ ਕੇ ਸਤਿਕਾਰ ਕਰਦੇ ਵੀ ਉਹਦੀ ਕੋਈ ਹੋਰ ਦੀ ਤੁਲਨਾ ਨਾ ਕੀਤੀ ਜਾਵੇ। ਫਿਰ ਜਿਸ ਰੂਪ 'ਚ ਮੂਸੇਵਾਲੇ ਨੇ ਕੀਤੀ ਆ ਉਸ ਰੂਪ 'ਚ ਤਾਂ ਬਿਲਕੁਲ ਨਾ ਕੀਤੀ ਜਾਵੇ। ਇਸ ਕਰਕੇ ਜੇ ਕਿਤੇ ਉਹਦੇ ਖਿਲਾਫ ਕਾਰਵਾਈ ਕਰਨੀ ਹੈ ਤਾਂ ਠੋਸ ਕਾਰਵਾਈ ਕੀਤੀ ਜਾਵੇ। ਜਥੇਦਾਰ ਅਕਾਲ ਤਖਤ ਨੇ ਪਹਿਲਾਂ ਵੀ ਕਿਹਾ ਕੋਈ ਕਾਰਵਾਈ ਨਹੀਂ ਹੋਈ, ਤਾਂ ਮੈਨੂੰ ਲੱਗਦਾ ਵੀ ਕਾਰਵਾਈ ਉਹਨਾਂ 'ਚ ਨਹੀਂ ਹੋਣੀ ਜੀ ਜਿੰਨਾ ਚਿਰ ਬਾਦਲ ਪਿੰਡ ਤੋਂ ਕੋਈ ਆ ਕੇ ਉੱਥੋਂ ਜਿਹੜੀ ਝੰਡੀ ਨਹੀਂ ਹੁੰਦੀ। ਲਿਖਤੀ ਮਾਫੀ ਵੀ ਮੂਸੇਵਾਲੇ ਨੇ ਉਦੋਂ ਭੇਜ ਦਿੱਤੀ ਸੀ ਜਥੇਦਾਰ ਨੂੰ, ਪਰ ਕਿਹਾ ਸੀ ਨਵੰਬਰ 'ਚ ਮੈਂ ਇੰਡੀਆ ਆਉਣਾ, ਆ ਕੇ ਮੈਂ ਪੇਸ਼ ਵੀ ਹੋਊਂਗਾ, ਪਰ ਉਸ ਤੋਂ ਪਹਿਲਾਂ ਫਿਰ ਵਿਵਾਦ ਖੜਾ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਉਹ ਨਵੰਬਰ ਉਹਨੇ ਲਿਖਤੀ ਮਾਫੀ ਭੇਜੀ ਸੀਗੀ। ਲੇਕਿਨ ਜੇ ਅੱਜ ਫਿਰ ਜਥੇਦਾਰ ਨੇ ਇੰਨੀ ਗੱਲ ਕਾਰਵਾਈ ਬਾਰੇ ਕਿਹਾ, ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਵੀ ਕਿਹਾ ਸੀਗਾ, ਇਹ ਉਦੋਂ ਹੀ ਹੋਣੀ ਆ ਜਦੋਂ ਬਾਦਲ ਪਿੰਡ ਤੋਂ ਕੋਈ ਆਦੇਸ਼ ਹੋਣਗੇ, ਉਹਨਾਂ 'ਚ ਕੋਈ ਕਾਰਵਾਈ ਨਹੀਂ ਹੋਣੀ। ਵੇਖੋ ਜਿਹੜੇ ਅੱਜ ਗੱਲਾਂ ਕਰਦੇ ਨੇ ਟਕੇ ਦੀਆਂ, ਸਿੱਧੂ ਮੂਸੇਵਾਲੇ ਨੇ ਕੀਤਾ, ਵਿਰੋਧ ਕੀਤਾ, ਕੈਪਟਨ 'ਤੇ ਦੋਸ਼ ਲਾਉਂਦੇ ਨੇ। ਮੈਂ ਇਹ ਗੱਲ ਕਹਿੰਦਾ ਵੀ ਜਦੋਂ 1999 ਦੀ ਬਣਾਇਆ ਗਿਆ ਸੀ 500-300 ਸਾਲਾ, ਇਹਨਾਂ ਹੁਕਮ ਦੀ ਵਿਰੋਧਤਾ ਨਹੀਂ ਸੀ ਕੀਤੀ। ਅਕਾਲੀ ਦਲ ਬਾਦਲ ਨੇ ਅਕਾਲ ਤਖਤ ਤੇ 10 ਫਰਵਰੀ 1999 ਨੂੰ ਜਿਹੜਾ ਹੁਕਮ 31 ਦਸੰਬਰ 1998 ਨੂੰ ਹੁਕਮਨਾਮਾ ਹੋਇਆ ਸੀਗਾ, ਉਸ ਤਤਕਾਲੀ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੀਤਾ ਸੀਗਾ ਵੀ ਤੁਹਾਡੀ ਤੇ ਟੋੜੇ ਲੜਾਈ ਜਿਹੜੀ ਮਰਜ਼ੀ ਹੋਵੇ, ਲੇਕਿਨ ਮੈਂ ਇੱਕ ਨਹੀਂ ਸਾਰੀਆਂ ਧਿਰਾਂ ਨੂੰ ਕਹਿੰਦਾ ਆਪਣੇ ਘਰ ਖਾਲਸੇ ਦਾ ਵਿਆਹ ਵਾ, ਆਪਾਂ ਇੱਕ ਮੰਚ ਤੇ ਇਕੱਠੇ ਬੈਠ ਕੇ ਸਾਂਝੇ ਰੂਪ ਚ ਮਨਾ ਲਈਏ, ਤੇ 15 ਅਪ੍ਰੈਲ ਤੋਂ ਬਾਅਦ ਜਿਹਨੇ ਜੋ ਕਰਨਾ ਕਰ ਲਓ, ਤੇ ਅਕਾਲ ਤਖਤ ਤੁਹਾਡੀ ਕਿਸੇ ਗੱਲ 'ਚ ਨਹੀਂ ਹੋਊਗਾ। ਇਹ ਮੰਨੇ ਸੀ ਉਦੋਂ, ਇਹਦਾ ਵਿਰੋਧਤਾ ਨਹੀਂ ਕੀਤੀ। ਇਸ ਕਰਕੇ ਮੈਂ ਸੋਚਦਾ ਵੀ ਜਿਹੜੇ ਬੰਦੇ ਉਹਦੇ ਕਾਰਵਾਈ ਦੀ ਗੱਲ ਕਰਦੇ ਪਹਿਲਾਂ ਆਪਣੀ ਪਹਿਲੀ ਸੋਟਾ ਫਿਰ ਉਹ ਕਿੱਥੇ ਖੜੇ ਨੇ। ਮੈਂ ਪਹਿਲਾਂ ਕਹਿ ਦਿੱਤਾ ਵੀ ਇਹ ਬਰਾਬਰ ਦੇ ਕੈਪਟਨ ਵੀ ਦੋਸ਼ੀ ਆ ਤੇ ਉਹ ਵੀ ਦੋਸ਼ੀ ਆ। ਇਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਕਿਨਾਰਾ ਕਰਨਾ ਚਾਹੀਦਾ। ਸਿੱਧੂ ਮੂਸੇਵਾਲੇ ਦੇ ਖਿਲਾਫ ਹੁਣ ਕਾਰਵਾਈ ਹੋਣੀ ਚਾਹੀਦੀ ਹੈ ਜੇ ਉਹ ਸੱਚੀ ਗੱਲ ਆ। ਪਹਿਲਾਂ ਇਹਦੀ ਪੜਤਾਲ ਕਰਾਈ ਜਾਣੀ ਚਾਹੀਦੀ। ਇਹ ਨਹੀਂ ਗੱਲ ਵੀ ਚੁੱਪ ਕਰਕੇ ਪਰਚਾ ਦਰਜ ਕਰਾ ਦਿਓ। ਜਿਹੜਾ ਉਹ ਆਪਣਾ ਪੱਖ ਪੇਸ਼ ਕਰ ਰਿਹਾ ਵਾ ਉਹ ਵੀ ਵਿਚਾਰਿਆ ਜਾਵੇ, ਵਿਚਾਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇ। ਜੀ ਬਿਲਕੁਲ। ਪੱਟੀ ਸਾਹਿਬ, ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਲੋਕਾਂ ਨੇ ਗਲੋਂ ਪੰਜਾਲੀ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਭਾਜਪਾ ਦੀ ਸਰਕਾਰ ਜਿਹੜੀ ਆ ਉਹ ਨਾ ਬਣੇ, ਪਰ ਫਿਰ ਦੁਸ਼ਯੰਤ ਚੌਟਾਲਾ ਨੇ ਜਿਹੜਾ ਆ ਉਹ ਇੱਕ ਵਾਰ ਫਿਰ ਰਲ ਕੇ ਜਿਹੜੀ ਆ ਸਰਕਾਰ ਉੱਥੇ ਬਣਾ ਦਿੱਤੀ ਆ। ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਦੁਸ਼ਯੰਤ ਚੌਟਾਲਾ ਜਿਹੜਾ ਆ ਉਹ ਲੰਬੀ ਰੇਸ ਦਾ ਘੋੜਾ ਸਾਬਿਤ ਹੋਏਗਾ? ਜਿੱਥੋਂ ਦੁਸ਼ਯੰਤ ਚੌਟਾਲੇ ਦੀ ਗੱਲ ਆ ਜੀ, ਜਤਨ ਚੌਟਾਲੇ ਦੀ ਕੀ ਉਹਦਾ ਪਿਓ ਵੀ ਜੇਲ੍ਹ 'ਚ ਆ ਅਤੇ ਉਹਦਾ ਦਾਦਾ ਵੀ ਜੇਲ੍ਹ 'ਚ ਆ। ਦੋਵਾਂ ਦੇ ਜੇਲ੍ਹ 'ਚ ਹੋਣ ਕਰਕੇ ਉਹਦੀ ਇੱਕ ਮਜਬੂਰੀ ਸੀ ਵੀ ਜੇ ਉਹ ਸਮਝੌਤਾ ਨਾ ਕਰਦਾ ਤਾਂ ਹੋ ਸਕਦਾ ਸੀ ਉਹਨਾਂ ਨੂੰ ਹੋਰ ਪਰੇਸ਼ਾਨ ਕੀਤਾ ਜਾਂਦਾ। ਦੂਸਰਾ, ਜੇ ਸਮਝੌਤਾ ਹੋ ਗਿਆ ਤਾਂ ਉਹਦਾ ਪਿਓ ਅਗਲੇ ਦਿਨ ਬਾਹਰ ਆ ਗਿਆ ਸੀਗਾ, ਉਹਨੂੰ ਪੈਰੋਲ ਮਿਲ ਗਈ ਸੀਗੀ। ਤੀਸਰੀ ਚੀਜ਼ ਇਹ ਗੱਲ ਕਹਿੰਦੇ ਆ ਵੀ ਜਿਹੜੇ ਉੱਥੋਂ ਦੇ ਜਾਟ ਲੋਕ ਸੀ ਉਹ ਨਹੀਂ ਸੀ ਚਾਹੁੰਦੇ ਵੀ ਦੁਬਾਰਾ BJP ਦੀ ਸਰਕਾਰ ਬਣੇ, ਜਿਹਦੇ ਕਰਕੇ ਇੱਕ 31 ਸਾਲਾ ਨੌਜਵਾਨ ਦੀ ਪਾਰਟੀ 1 ਸਾਲ ਪੁਰਾਣੀ ਨਹੀਂ ਹੋਈ ਜਿਹਨੂੰ ਉਹਨਾਂ ਵੋਟਾਂ ਪਾ ਕੇ ਕਾਮਯਾਬ ਕੀਤਾ ਅਤੇ 10 ਸੀਟਾਂ ਦਵਾਈਆਂ। ਹੁਣ BJP ਦੀ ਮਜਬੂਰੀ ਇਹ ਸੀ ਵੀ ਜੇ ਇਹਦੇ ਨਾਲ ਸਮਝੌਤਾ ਨਹੀਂ ਕਰਦੇ ਸਰਕਾਰ ਨਹੀਂ ਸੀ ਬਣਦੀ। ਜੇ ਸਰਕਾਰ ਬਣਦੀ ਸੀ ਉਹ ਬੇਯਕੀਨੀ ਬਣਨੀ ਸੀ। ਹੁਣ ਇੱਕ 31 ਸਾਲਾ ਨੌਜਵਾਨ ਜਿਹੜਾ ਉਹ ਡਿਪਟੀ ਮੁੱਖ ਮੰਤਰੀ ਬਣ ਗਿਆ ਹਰਿਆਣੇ ਦੇ ਵਿੱਚ। ਡਿਪਟੀ ਮੁੱਖ ਮੰਤਰੀ ਬਣਨਾ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਬੜੀ ਵੱਡੀ ਗੱਲ ਆ। ਲੇਕਿਨ ਉੱਥੋਂ ਦੇ ਜਾਟਾਂ ਨੇ BJP ਨਾਲ ਸਮਝੌਤਾ ਕਰਨ ਦੇ ਦੁਸ਼ਯੰਤ ਚੌਟਾਲੇ ਨਾਲ ਬਹੁਤ ਜ਼ਿਆਦਾ ਵਿਰੋਧ ਕੀਤਾ। ਉਹਦੇ ਝੰਡੇ ਸਾੜੇ, ਉਤਲੇ ਪੁਤਲੇ ਸਾੜੇ,
ਬੜਾ ਕੁਛ ਕੀਤਾ ਵੀ ਅਸੀਂ ਤੇ ਬੀਜੇਪੀ ਦੇ ਖਿਲਾਫ ਸੀ, ਤੂੰ ਸਮਝੌਤਾ ਕਿਵੇਂ ਕਰ ਲਿਆ। ਲੇਕਿਨ ਉਹਦੀਆਂ ਆਪਣੀਆਂ ਮਜਬੂਰੀਆਂ ਸੀਗੀਆਂ। ਸਮਝੌਤਾ ਹੋ ਗਿਆ, ਸਰਕਾਰ ਖੱਟਰ ਦੀ ਬਣ ਗਈ, ਲੇਕਿਨ ਲੜਕਦੀ ਸਰਕਾਰ ਬਣੀ। ਆਉਣ ਵਾਲੇ ਸਮੇਂ 'ਚ ਕਿੰਨਾ ਚਿਰ ਚੱਲਦੀ, ਕਿੰਨਾ ਚਿਰ ਚੱਲ ਨਹੀਂ ਚੱਲਦੀ, ਇਹ ਤੇ ਬਾਅਦ ਦੀ ਗੱਲ ਆ। ਲੇਕਿਨ ਇੱਥੇ ਸਰਕਾਰ ਬਣ ਗਈ। ਮਹਾਰਾਸ਼ਟਰ 'ਚ ਪੇਚ ਫਸ ਗਿਆ। ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਸੀਟਾਂ 102 ਦੇ ਕਰੀਬ ਜਿੱਤੀਆਂ ਨੇ ਬੀਜੇਪੀ ਨੇ, ਉਹਦੇ ਹਿਸਾਬ ਨਾਲ ਸਰਕਾਰ ਨਹੀਂ ਬਣਦੀ। ਸਰਕਾਰ ਬਣਾਉਣ ਵਾਸਤੇ ਘੱਟੋ ਘੱਟ 146 ਸੀਟਾਂ ਚਾਹੀਦੀਆਂ ਨੇ, 145 ਸੀਟਾਂ ਚਾਹੀਦੀਆਂ, ਉਹ ਪੂਰੀਆਂ ਨਹੀਂ ਹੁੰਦੀਆਂ। ਉਹ ਪੂਰੀਆਂ ਤਾਂ ਹੀ ਹੋ ਸਕਦੀ ਜੇ ਸ਼ਿਵ ਸੈਨਾ ਸਪੋਰਟ ਕਰੇ। ਤੇ ਸ਼ਿਵ ਸੈਨਾ ਦੇ ਜਿਹੜੇ ਆਦਿੱਤਿਆ ਠਾਕਰੇ MLA ਚੁਣਿਆ ਗਿਆ ਵਾ, ਉਹਦੇ ਫਾਦਰ ਊਧਮ ਠਾਕਰੇ ਨੇ ਇਲੈਕਸ਼ਨ ਤੋਂ ਪਹਿਲਾਂ ਕਹਿ ਦਿੱਤਾ ਸੀ ਹਿੰਦੁਸਤਾਨ ਦਾ ਭੇਜਿਆ ਹੋਇਆ ਚੰਦਰਮਾ ਤੇ ਚੰਦਰ ਜਾਣ ਜਿਹੜਾ ਉਹ ਫੇਲ ਹੋ ਸਕਦਾ ਵਾ। ਲੇਕਿਨ ਮੈਂ ਇਹ ਦਾਅਵੇ ਨਾਲ ਕਹਿੰਦਾ ਵੀ ਅਗਾਂਹ ਜਿਹੜਾ ਮੁੱਖ ਮੰਤਰੀ ਅੱਜ ਮਹਾਰਾਸ਼ਟਰ ਦਾ ਆਦਿੱਤਿਆ ਠਾਕਰੇ ਬਣੇਗਾ। ਆਦਿੱਤਿਆ ਠਾਕਰੇ ਦੀ ਜਿਹੜੀ ਹਿਸਟਰੀ ਫੋੜੀ ਆਪਾਂ ਥੋੜ੍ਹੀ ਜਿਹੀ ਪਿਛਲੀ ਚੱਲ ਜਾਈਏ। 66 ਸਾਲ ਪਹਿਲਾਂ ਸ਼ਿਵ ਸੈਨਾ ਦੀ ਬੁਨਿਆਦ ਕਾਂਗਰਸ ਨੇ ਰੱਖੀ ਸੀ RS ਨੂੰ ਫੇਲ ਕਰਨ ਵਾਸਤੇ, ਉਹਦੇ ਬਰਾਬਰ ਰੱਖੀ ਸੀਗੀ। ਲੇਕਿਨ ਸਿੱਜੇ ਜਿਹੜੀ ਸ਼ਿਵ ਸੈਨਾ ਸੀ ਉਹ ਨੇੜੇ ਹੁੰਦੀ ਭਾਜਪਾ ਦੇ। ਅੱਜ ਭਾਜਪਾ ਦੇ ਨੇੜੇ ਹੋ ਗਈ। ਜਿਹੜਾ ਠਾਕਰੇ ਸੀਗਾ, ਪਹਿਲਾ ਠਾਕਰੇ ਸੀ, ਉਹਦਾ ਨਾਂ ਭੁੱਲ ਗਿਆ, ਉਹਨੇ ਇੰਨੀ ਗੱਲ ਕਹੀ ਸੀ ਵੀ ਠਾਕਰੇ ਪਰਿਵਾਰ ਦਾ ਕੋਈ ਵਿਅਕਤੀ ਚੋਣ ਨਹੀਂ ਲੜੇਗਾ। ਅਸੀਂ ਚੋਣ ਲੜਾਂਗੇ ਜੀ, ਅਸੀਂ ਸਰਕਾਰ ਬਣਾਵਾਂਗੇ, ਸਾਡੇ ਬੰਦੇ ਚੋਣ ਲੜਨਗੇ। ਬਾਲ ਠਾਕਰੇ ਤੇ ਬਾਲ ਠਾਕਰੇ ਤੇ ਉਦੋਂ ਹੁਣ ਤੱਕ ਚੋਣ ਨਹੀਂ ਛੜੀ। 66 ਸਾਲਾਂ ਬਾਅਦ ਪਹਿਲੀ ਵਾਰੀ ਉਸ ਪਰਿਵਾਰ ਦੇ ਇੱਕ ਉਹਦੇ ਬਾਲ ਠਾਕਰੇ ਦੇ ਪੋਤਰੇ ਨੇ ਚੋਣ ਲੜੀ ਆ। ਚੋਣ ਲੜ ਕੇ ਉਹ MLA ਬਣਿਆ ਵਾ। 70,000 ਕਿ ਕਿੰਨੀ ਵੋਟ ਲੈ ਕੇ ਜਿੱਤਿਆ, ਕਿ ਕਿੰਨੀ ਲੀਡ ਤੇ ਜਿੱਤਿਆ ਵਾ। ਲੇਕਿਨ ਮੈਂ ਸੋਚਦਾ ਵੀ ਜਿਹੜਾ ਉਹਨਾਂ ਅੱਜ ਵੀ ਕਿਹਾ ਵਾ, ਜਿਹੜਾ ਫੜਨਵੀਸ ਉਹ ਕਹਿੰਦਾ ਜੀ ਸਾਨੂੰ ਇਹਦੀ ਲੋੜ ਨਹੀਂ। ਉਹਦੇ ਪਿਓ ਨੇ ਕਹਿਤਾ ਜੀ ਅਗਲਾ ਮੁੱਖ ਮੰਤਰੀ ਜਿਹੜਾ ਵਾ ਉਹ ਆਦਿੱਤਿਆ ਠਾਕਰੇ ਬਣੇਗਾ। ਜੇ ਆਦਿੱਤਿਆ ਠਾਕਰੇ ਮੁੱਖ ਮੰਤਰੀ ਬਣਦਾ ਤੇ ਮੈਂ ਸੋਚਦਾ ਵੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਭਾਜਪਾ ਦੀ ਜਿਹੜੀ ਉਹ ਕਹਿ ਸਕਦੇ ਵੀ ਲਾਲ ਝੰਡੀ ਹੋਏਗੀ। ਤੇ ਨਾਲ ਜਿਹੜੀ ਉੱਥੇ ਅੱਜ ਦੀ ਡੇਟ ਦੇ ਵਿੱਚ ਉਹ ਹਾਲਾਤ ਨੇ ਉੱਥੋਂ ਦੇ ਹੋਰ ਗਿਰਾਵਟ ਵਾਲੇ ਪਾਸੇ ਜਾਣਗੇ ਜੀ ਬਿਲਕੁਲ। ਪੱਟੀ ਸਾਹਿਬ, ਜੇਕਰ ਹੁਣ ਅਗਲੀ ਗੱਲ ਕਰਾਂ ਤਾਂ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੁੱਲ੍ਹਣ ਜਾ ਰਿਹਾ ਆ, ਉਸ ਦੀ ਪ੍ਰਾਪਤੀ ਤੋਂ ਬਾਅਦ ਦੇ ਵਿੱਚ ਹੁਣ ਕਹਿੰਦੇ ਆ ਕਿ ਨਨਕਾਣਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਪਾਕਿਸਤਾਨ ਦੇ ਵਿੱਚ, ਉਸ 'ਤੇ ਪੁਨਰ ਨਿਰਮਾਣ ਵਾਸਤੇ ਵੀ ਮੰਗ ਜਿਹੜੀ ਆ ਉਹ ਸਿੱਖ ਸੰਗਤਾਂ ਵੱਲੋਂ ਉੱਠ ਰਹੀ ਆ। ਜੀ ਬਿਲਕੁਲ ਠੀਕ ਹੈ ਜੀ। ਰਾਏ ਭੋਏ ਦੀ ਤਲਵੰਡੀ ਜਿਹੜਾ ਬਾਅਦ 'ਚ ਨਨਕਾਣਾ ਸਾਹਿਬ ਬਣਿਆ, ਜਿੱਥੇ ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਹੋਇਆ। ਕਹਿੰਦੇ ਨੇ ਵੀ ਆਮ ਬਸ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਪ੍ਰਗਟ ਹੋਏ ਤੇ ਮਿੱਟੀ ਤੋਂ ਜਾ ਕੇ ਚਾਨਣ ਹੋਇਆ। ਉਹਦੇ ਮੁਤਾਬਕ ਅੱਜ ਨਨਕਾਣਾ ਸਾਹਿਬ ਜਿਹੜਾ ਉਹਦੀ ਇਮਾਰਤ ਪੁਰਾਣੀ ਹੋ ਗਈ ਸੀ। ਪੁਰਾਣੀ ਹੋਣ ਕਰਕੇ 3 ਨਵੰਬਰ 1941 ਨੂੰ ਜਦੋਂ ਗੁਰਪੁਰਬ ਸੀ, ਪ੍ਰਕਾਸ਼ ਉਤਸਵ ਸੀ ਗੁਰੂ ਨਾਨਕ ਪਾਤਸ਼ਾਹ ਦਾ, ਉਸ ਦਿਨ ਉੱਥੇ ਇੱਕ ਨੀਂਹ ਪੱਥਰ ਰੱਖਿਆ ਗਿਆ ਵੀ ਇਹਦੀ ਜਿਹੜੀ ਬਿਲਡਿੰਗ ਉਹਦਾ ਪੁਨਰ ਨਿਰਮਾਣ ਕੀਤਾ ਜਾਵੇ। ਲੇਕਿਨ ਜਿਹੜੀ ਅਸੀਂ ਅਸਲੀ ਗੱਲ ਕਰੀਏ ਉਹਦੀ ਪੁਰਾਤੱਤਵ ਦੀ, ਸਿਰਫ ਇੱਕ ਛੋਟਾ ਜਿਹਾ ਕਮਰਾ ਸੀ, ਇੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਸੀਗਾ, ਉਹ ਕਮਰਾ ਸੀਗਾ ਜਿਹਦੇ ਉੱਤੇ ਬਾਅਦ ਘੇਰੇ ਬਰਾਂਡੇ ਬੁੰਡੇ ਪਾ ਕੇ ਵਧਾਇਆ ਗਿਆ ਉਹਨੂੰ। ਲੇਕਿਨ ਮੈਂ ਉਸ ਟਾਈਮ ਦੇ ਉੱਤੇ ਵਿਦਵਾਨਾਂ ਨੇ, ਸਾਡੇ ਬੁੱਧੀਜੀਵੀਆਂ ਨੇ, ਸਾਡੇ ਸਿੱਖਾਂ ਨੇ ਬੈਠ ਕੇ ਫੈਸਲਾ ਕੀਤਾ ਵੀ ਇਹਦਾ ਪੁਨਰ ਨਿਰਮਾਣ ਕੀਤਾ ਜਾਵੇ। ਤੇ 3 ਨਵੰਬਰ 1941 ਨੂੰ ਉਹਦਾ ਨੀਂਹ ਪੱਥਰ ਰੱਖਿਆ ਤੇ ਅੱਜ ਵੀ ਉੱਥੇ ਨੀਂਹ ਪੱਥਰ ਲੱਗਾ, ਤੁਸੀਂ ਪੱਥਰ ਜਾ ਕੇ ਵੇਖ ਸਕਦੇ ਹੋ। ਜੇ ਉਹ ਲੱਗਾ ਪੱਥਰ ਤੇ ਉਹਦੀ ਨਿਰਮਾਣ ਹੋਣਾ ਚਾਹੀਦਾ ਸੀਗਾ। ਉਸ ਟਾਈਮ ਤੇ ਜਿਹੜੀ ਉਹ ਸੈਕੰਡ ਵਰਲਡ ਵਾਰ ਲੱਗ ਗਈ ਤੇ ਕੰਮ ਲੇਟ ਹੋ ਗਿਆ। ਇਹਦੇ ਵਿੱਚ ਸਿੱਖਾਂ ਨੇ ਕੀ ਕੀਤਾ, ਆਪਣੇ ਕੋਲੋਂ ਸਾਰਿਆਂ ਮਾਇਆ ਇਕੱਠੀ ਕੀਤੀ ਤੇ ਇੱਕ ਪੱਠਾ ਲਾਇਆ। ਪੱਠਾ ਲਾ ਕੇ ਪਹਿਲਾਂ ਇੱਟਾਂ ਪਕਾਈਆਂ। ਇੱਟਾਂ ਪਕਾਉਣ ਤੇ ਉਹਨਾਂ ਘੱਟੋ ਘੱਟ 16 ਲੱਖ ਇੱਟਾਂ ਇਕੱਠੀਆਂ ਕੀਤੀਆਂ ਉਸ ਟਾਈਮ ਦੇ ਉੱਤੇ। 1947 ਆ ਗਈ। ਜਦੋਂ 1947 ਆ ਗਈ ਤੇ 1947 ਤੋਂ ਜਿਹੜਾ ਉਜਾੜਾ ਪਿਆ, ਉਸ ਟਾਈਮ ਦੇ ਉੱਤੇ ਜਿਹੜੇ ਸਿੱਖ ਸੀਗੇ ਉਹ ਇੱਧਰ ਆਉਣੇ ਸ਼ੁਰੂ ਹੋ ਗਏ। ਉੱਥੋਂ ਦੇ ਸਿੱਖ ਆ ਗਏ। ਜਿਹੜੀ 16 ਲੱਖ ਇੱਟ ਸੀ ਉੱਥੋਂ ਦੇ ਅਕਾਬ ਬੋਰਡ ਨੇ ਆਪਣੇ ਕਬਜ਼ੇ 'ਚ ਲੈ ਗਈ, ਸਾਰਾ ਪ੍ਰਬੰਧ ਆਪਣੇ ਕਬਜ਼ੇ 'ਚ ਲੈ ਲਿਆ। ਲੇਕਿਨ ਫਿਰ ਵੀ 1965 ਤੱਕ, 1947 ਲੈ ਕੇ 65 ਤੱਕ 5 ਮੁਲਾਜ਼ਮ ਜਿਹੜੇ ਸ਼੍ਰੋਮਣੀ ਕਮੇਟੀ ਦੇ ਉੱਥੇ ਹੁੰਦੇ ਸੀਗੇ ਨਨਕਾਣਾ ਸਾਹਿਬ। 5 ਮੁਲਾਜ਼ਮ ਹੁੰਦੇ ਸੀ ਪੰਜਾ ਸਾਹਿਬ, 5 ਮੁਲਾਜ਼ਮ ਹੁੰਦੇ ਸੀ ਡੇਰਾ ਸਾਹਿਬ ਲਾਹੌਰ। ਲੇਕਿਨ 65 ਦੇ ਵਿੱਚ ਜਦੋਂ ਜੰਗ ਲੱਗੀ, ਜੰਗ ਲੱਗਣ ਤੋਂ ਬਾਅਦ ਕੁੜੱਤਣ ਵਧੀ ਤੇ ਉਦੋਂ ਫਿਰ ਇਹ ਮੁਲਾਜ਼ਮ ਜਿਹੜੇ ਵਾਪਸ ਬੁਲਾ ਲੈ ਗਏ ਸੀਗੇ। ਉਸ ਤੋਂ ਬਾਅਦ 1977 ਦੇ ਵਿੱਚ ਸ਼੍ਰੋਮਣੀ ਕਮੇਟੀ ਇੱਕ ਮਤਾ ਕਰਦੀ ਆ। ਉਸ ਮਤੇ ਦੇ ਵਿੱਚ ਨਨਕਾਣਾ ਸਾਹਿਬ ਜਿਹੜੀ ਬਿਲਡਿੰਗ ਹੈ ਉਹਦੀ ਪੁਨਰ ਨਿਰਮਾਣ ਦੀ ਗੱਲ ਕਰਦੀ ਆ ਵੀ ਇਹ ਸਾਡਾ ਨਕਸ਼ਾ ਬਣਿਆ, ਸਭ ਕੁਝ ਬਣਿਆ ਵਾ। ਉਹਦੇ ਵਿੱਚ ਕੀ ਕੀਤਾ ਜਾਵੇ, ਜਿਹੜੇ ਸਾਡੇ ਸਰਦਾਰ ਕੁਲਵੰਤ ਸਿੰਘ ਸੈਕਟਰੀ SCBC ਰਹੇ ਨੇ, ਸਾਬਕਾ ਸੈਕਟਰੀ ਨੇ, ਬਜ਼ੁਰਗ ਨੇ, ਉਹ ਕभी ਮਿਹਨਤੀ ਨੇ, ਅੱਜ ਵੀ ਬੜੇ ਮਿਹਨਤੀ ਨੇ। ਉਹਨਾਂ ਦੀ ਡਿਊਟੀ ਲੱਗੀ ਤੁਸੀਂ ਉੱਥੋਂ ਦਾ ਰਿਕਾਰਡ ਖੰਗਾਲੋ ਵੀ ਰਿਕਾਰਡ 'ਚ ਕੀ ਆ। ਇਹ ਗਏ ਉੱਥੇ ਨਾ ਸਾਰਾ ਰਿਕਾਰਡ ਖੰਗਾਲਿਆ। ਰਿਕਾਰਡ ਖੰਗਾਲਣ ਤੋਂ ਬਾਅਦ ਸਾਰਾ ਕੱਢਿਆ ਵੀ ਇਹ ਮਤਾ ਕਿਹੜਾ ਹੋਇਆ, ਕਦੋਂ ਹੋਇਆ, ਕਿਹਨੇ ਕੀਤਾ, ਸਾਰਾ ਕੱਢ ਕੇ ਲੈ ਕੇ ਆਏ। ਨਾਲ ਉਹਦੇ ਵਿੱਚ ਨਕਸ਼ਾ ਬਣਿਆ ਸੀ ਉਹਦੇ ਵਿੱਚ
ਵੀ ਇਹ ਨਕਸ਼ਾ ਬਣਾਇਆ, ਇਹਦੇ ਹਿਸਾਬ ਨਾਲ ਇਹ ਬਿਲਡਿੰਗ ਦਾ ਨਿਰਮਾਣ ਕੀਤਾ ਜਾਊਗਾ। 24 ਅਪ੍ਰੈਲ 1980 ਨੂੰ ਜਿਹੜੇ ਸਾਡੇ 20 ਅਪ੍ਰੈਲ 1980 ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਰੇ ਇਹ ਮੈਟਰ ਲੈ ਕੇ ਪਾਕਿਸਤਾਨ ਗਏ। ਜਦੋਂ ਪਾਕਿਸਤਾਨ ਜਾ ਕੇ ਜਾਲ ਹੱਕ ਨੂੰ ਮਿਲੇ ਉੱਥੋਂ ਦੇ ਫੌਜੀ ਰਾਸ਼ਟਰਪਤੀ ਨੂੰ, ਤੇ ਉਹਨਾਂ ਦੇ ਰਾਸ਼ਟਰਪਤੀ ਜਿਹੜੇ ਫੌਜੀ ਸੀ ਉਹਨੇ ਇੰਨੀ ਗੱਲ ਕਹੀ ਵੀ ਅਸੀਂ ਤਿਆਰ ਹਾਂ, ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਸੇਵਾ ਸ਼ੁਰੂ ਕਰ ਸਕਦੇ ਹੋ। ਇਹ ਉੱਥੋਂ ਆ ਗਏ, ਸੇਵਾ ਦੀਆਂ ਪ੍ਰਪੋਜ਼ਲਾਂ ਬਣਨੀਆਂ ਸ਼ੁਰੂ ਹੋ ਗਈਆਂ। ਲੇਕਿਨ ਉਸ ਤੋਂ ਬਾਅਦ ਜਦੋਂ ਫਿਰ ਨਈ ਸੇਵਾ ਸ਼ੁਰੂ ਹੋਈ ਤੇ ਹਾਲਾਤ ਪੰਜਾਬ ਦੇ ਖਰਾਬ ਹੋ ਗਏ। ਫਿਰ ਇਹ ਦੋਸ਼ ਲੱਗਦਾ ਰਿਹਾ ਕਿ ਜਿਹੜੇ ਪੰਜਾਬ ਦੇ ਅੱਤਵਾਦੀ ਵੱਖਵਾਦੀ ਖਾੜਕੂ ਆ ਜਾਂ ਉਹਨਾਂ ਨੂੰ ਹਥਿਆਰ ਜਾਂ ਟ੍ਰੇਨਿੰਗ ਜਿਹੜੀ ਪਾਕਿਸਤਾਨ ਦਿੰਦਾ ਵਾ, ਫਿਰ ਉਹ ਕੰਮ ਰੁਕ ਗਿਆ। ਉਸ ਤੋਂ ਬਾਅਦ ਫਿਰ ਜਾ ਕੇ ਕੁਲਵੰਤ ਸਿੰਘ ਹੋਰੀ ਜਾ ਕੇ ਉੱਥੋਂ ਜਿਹੜੇ ਸਾਡੇ ਚੇਅਰਮੈਨ ਸੀਗੇ ਔਕਾਫ ਬੋਰਡ ਦੇ, ਉਹਨਾਂ ਨੂੰ ਮਿਲੇ। ਔਕਾਫ ਬੋਰਡ ਦੇ ਚੇਅਰ ਨੂੰ ਮਿਲਣਾ, ਉਹਨਾਂ ਕਿਹਾ ਵੀ ਇੱਕ ਪਤਾ ਐਸਸੀਪੀਸੀ ਨੇ ਵੀ ਕੀਤਾ, 1941 'ਚ ਹੋਇਆ, ਨੀਂਹ ਪੱਥਰ ਵੇਖਿਆ, ਤੁਸੀਂ ਸ਼ੁਰੂ ਕਿਉਂ ਨਹੀਂ ਕਰਦੇ, ਜਾਂ ਤੁਹਾਨੂੰ ਸੇਵਾ ਦੇ ਦਿਓ ਤੁਸੀਂ, ਅਸੀਂ ਕਰ ਦੇਂਗੇ ਅਸੀਂ। ਔਰ ਉਸ ਟਾਈਮ ਦੇ ਉੱਤੇ ਪਹਿਲਾ ਚੇਅਰਮੈਨ ਨੇ ਹਾਂ ਕਰਤੀ, ਮੁੜ ਕੇ ਕਹਿੰਦਾ ਜੀ ਤੁਹਾਡੇ ਆਪਣੇ ਸਿੱਖ ਹੀ ਜਿਹੜੇ ਆ ਉਹ ਵਿਰੋਧ ਕਰ ਰਹੇ ਨੇ। ਸਰਦਾਰ ਕੁਲਵੰਤ ਸਿੰਘ ਨੇ ਇੰਨੀ ਗੱਲ ਕਹੀ ਵੀ ਜਦੋਂ ਨੀਂਹ ਪੱਥਰ ਅਸੀਂ 3 ਨਵੰਬਰ 1941 ਨੂੰ ਰੱਖ ਦਿੱਤਾ ਉੱਥੇ, ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਜੇ ਕੋਈ 2 4 10 20 ਬੰਦੇ 50 ਰੌਲਾ ਪਾਉਂਦੇ ਪਾਈ ਜਾਣ, ਉਹ ਕੀ ਮਾਇਨਾ ਰੱਖਦੇ ਸਾਰੀ ਸੰਗਤ ਦੇ ਸਾਹਮਣੇ। ਉਹਨਾਂ ਨੇ ਕਿਹਾ ਠੀਕ ਹੈ ਜੀ, ਅਸੀਂ ਤੁਹਾਨੂੰ ਸੇਵਾ ਦੇ ਦਿਆਂਗੇ। ਫਿਰ ਇੱਕ ਵਾਰੀ ਮੌਕਾ ਇਹ ਆਇਆ ਵੀ ਜਦੋਂ ਸੇਵਾ ਨਹੀਂ ਹੋਈ ਤੇ 2010 ਦੇ ਉੱਤੇ ਫਿਰ ਸਰਦਾਰ ਕੁਲਵੰਤ ਸਿੰਘ ਇੱਕ ਲੈਟਰ ਲੈ ਕੇ ਗਏ, ਅਕਾਲ ਤਖਤ ਦੇ ਜਥੇਦਾਰ ਨੂੰ ਮਿਲੇ ਵੀ ਇਹ ਪਿਛਲਾ ਮਤਾ 77 'ਚ ਹੋਇਆ ਜੀ, ਇਹ 1941 'ਚ ਹੋਇਆ, ਇਹ ਨੀਂਹ ਪੱਥਰ ਰੱਖਿਆ ਤੇ ਇੱਥੇ ਤੁਸੀਂ ਕਾਰਵਾਈ ਕਰੋ। ਅਕਾਲ ਤਖਤ ਦੇ ਜਿਹੜੀ ਜਥੇਦਾਰ ਦੀ ਪੰਜ ਸਿੰਘ ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਆਦੇਸ਼ ਦਿੱਤੇ ਗਏ ਸ਼੍ਰੋਮਣੀ ਕਮੇਟੀ ਨੂੰ ਕੋਈ ਇਹਦੇ 'ਤੇ ਕਾਰਵਾਈ ਕੀਤੀ ਜਾਵੇ ਤੇ ਉਹਦੇ ਜਿਹੜੀ ਪਾਕਿਸਤਾਨ ਸਰਕਾਰ ਨਾਲ ਮਿਲ ਕੇ ਤੇ ਹਿੰਦੂ ਸਰਕਾਰ ਦੇ ਰਾਹੀਂ ਉਹ ਜਿਹੜੀ ਆ ਨਿਰਮਾਣ ਜਿਹੜਾ ਸ਼ੁਰੂ ਕੀਤਾ ਜਾਵੇ। ਉਹ ਨਿਰਮਾਣ ਤਾਂ ਸ਼ੁਰੂ ਅੱਜ ਤੱਕ ਨਹੀਂ ਹੋਇਆ, ਅਜੇ ਵੀ ਨਹੀਂ ਹੋਇਆ। ਲੇਕਿਨ ਕਰਤਾਰਪੁਰ ਲਾਂਘੇ ਤੋਂ ਬਾਅਦ ਜਦੋਂ ਹੋਈ ਹੈ, ਲੋਕਾਂ ਦੀ ਜਿਹੜੀ ਸਿੱਖ ਸੀ, ਜਿਹੜੇ ਸੂਝਵਾਨ ਸਿੱਖ ਸੀਗੇ, ਜਿਨ੍ਹਾਂ ਦੇ ਮੱਦੇਨਜ਼ਰ ਜਿਨ੍ਹਾਂ ਧਿਆਨ ਦੇ ਵਿੱਚ ਇਹ ਚੀਜ਼ ਹੈਗੀ ਸੀਗੀ ਵੀ ਅਸੀਂ ਇਹ ਚੀਜ਼ ਜਿਹੜੀ ਆ ਕਰਨੀ ਹੈ, ਉਹ ਸੋਚਦੇ ਸੀ ਵੀ ਕਰਤਾਰਪੁਰ ਲਾਂਘਾ ਜੇ ਖੁੱਲ੍ਹ ਜੂਗਾ ਤਾਂ ਉਸ ਤੋਂ ਅਗਲੀ ਕਾਰਵਾਈ ਫਿਰ ਕੀਤੀ ਜਾਊਗੀ। ਆਪਾਂ ਵੀ ਕਹਿੰਦੇ ਰਹੇ ਇੱਥੇ ਸਿੱਖ ਚੈਨਲ 'ਤੇ, ਆਪਾਂ ਵੀ ਕਹਿੰਦੇ ਰਹੇ ਵੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਤੋਂ ਬਾਅਦ ਕਈ ਲਾਂਘੇ ਹੋਰ ਖੁੱਲ੍ਹਣਗੇ। ਜਿਹੜੀ ਪਰਸੋਂ ਚੌਥ ਰੱਖੀ ਨੀਂਹ ਪੱਥਰ ਰੱਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਮਰਾਨ ਖਾਨ ਹੋਣਾ ਨੇ, ਉਹਦੇ ਵਿੱਚ ਬੋਲਦਿਆਂ ਇੰਨੀ ਗੱਲ ਕਹੀ ਵੀ ਸਿੱਖ ਜਦੋਂ ਵੀ ਚਾਹੁਣ ਗੁਰੂ ਨਾਨਕ ਕਰਤਾਰਪੁਰ ਸਾਹਿਬ ਦਾ ਤੇ ਨਨਕਾਣਾ ਸਾਹਿਬ ਦੇ ਦਰਸ਼ਨ ਲਈ ਆ ਸਕਦੇ ਆ, ਅਸੀਂ ਖੁੱਲ੍ਹੇ ਦਿਲ ਨਾਲ ਵੀ ਵਧੀਆ ਦਿਆਂਗੇ। ਉਹਨਾਂ ਕਿਹਾ ਜੀ ਜਿਹੜਾ ਕਰਤਾਰਪੁਰ ਸਾਹਿਬ ਆ ਉਹ ਸਿੱਖਾਂ ਦਾ ਮਦੀਨਾ ਵਾ ਤੇ ਨਨਕਾਣਾ ਸਾਹਿਬ ਮੱਕਾ ਵਾ, ਅਸੀਂ ਇਹਨੂੰ ਰੋਕ ਨਹੀਂ ਸਕਦੇ, ਇਹਨਾਂ ਦੇ ਧਰਮ ਦੀ ਗੱਲ ਆ, ਇਹ ਬੜੀ ਚੰਗੀ ਗੱਲ ਤੇ ਵੱਡੀ ਗੱਲ ਆ। ਹੁਣ ਅਗਲੀ ਗੱਲ ਆਪਾਂ ਕਰਦੇ ਉੱਥੋਂ ਦੀ ਨਨਕਾਣਾ ਸਾਹਿਬ ਦੀ ਸੇਵਾ ਦੀ। ਜੇ ਹੁਣ ਸੇਵਾ ਸ਼ੁਰੂ ਹੁੰਦੀ ਆ ਤੇ ਮੈਂ ਸੋਚਦਾ ਵੀ ਇੱਕ ਹੋਰ ਪ੍ਰਾਪਤੀ ਜਿਹੜੀ ਉਹ ਸਿੱਖ ਕੌਮ ਦੀ ਹੋਏਗੀ। ਇਹਦੇ ਵਾਸਤੇ ਜਿਹੜੀ ਸਾਡੇ ਵਿਦਵਾਨ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸਰਨਾ ਸਾਹਿਬ ਪਰਮਜੀਤ ਸਰਨਾ ਜਿਨ੍ਹਾਂ ਦਾ ਕਾਫੀ ਹੋਲਡ ਆ ਉੱਥੇ, ਉਹ ਇਹ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਮਤਾ ਪਾਸ ਕਰਕੇ ਉੱਥੇ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂ ਤੁਹਾਨੂੰ ਦੱਸ ਦਿਆਂ ਛੋਟੀ ਜੀ, ਜਦੋਂ ਉਹ ਜਿਹੜਾ ਬਣਾਇਆ ਗਿਆ ਘੇਰੇ ਚਬੂਤਰਾ ਜਿਹਾ ਬਣਾਇਆ ਗਿਆ, ਉਹ ਇਤਿਹਾਸਕ ਨਹੀਂ। ਤੇ ਜਦੋਂ 2005 ਦੇ ਵਿੱਚ ਲੈ ਕੇ ਗਏ ਸੀ ਸਾਡੇ ਆਪਣੇ ਸਰਨਾ ਸਾਹਿਬ ਪਾਲਕੀ ਸਾਹਿਬ ਲੈ ਕੇ ਗਏ ਸੋਨਵੀ ਉੱਥੇ ਲਗਾਉਣ ਵਾਸਤੇ, ਤੇ ਪਾਲਕੀ ਸਾਹਿਬ ਤੋਂ ਚਬੂਤਰੇ ਤੋਂ ਵੱਡੀ ਸੀ ਥੋੜ੍ਹੀ ਜਿਹੀ, ਉਹ ਢਾਹ ਕੇ ਥੋੜ੍ਹਾ ਬੜਾ ਛਿੱਲ ਕੇ ਕੀਤਾ ਜਾਣਾ ਸੀ ਕੰਮ। ਤੇ ਸਭ ਤੋਂ ਵੱਧ ਰੌਲਾ ਸ਼੍ਰੋਮਣੀ ਕਮੇਟੀ ਨੇ ਪਾਇਆ ਸੀ ਵੀ ਅਸੀਂ ਪੁਰਾਤੱਤਵ ਨੂੰ ਖਤਮ ਨਹੀਂ ਕਰਨ ਦੇਵਾਂਗੇ ਅਸੀਂ। ਇਹਦੇ ਵਿੱਚ ਮੈਂ ਕੋਸ਼ਿਸ਼ ਕੀਤੀ, ਜਿਹੜੇ ਜਥੇਦਾਰ ਅਕਾਲ ਤਖਤ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਉਹ ਮਹਾਂਪੁਰਸ਼ ਏਡੇ ਕੇ ਤਗੜੇ ਨੇ, ਉਹਨਾਂ ਦੇ ਪੀਏ ਨੇ ਜਦੋਂ ਵੀ ਕਿਤੇ ਫੋਨ ਚੁੱਕਿਆ ਇਹੋ ਗੱਲ ਕਹੀ ਆ, ਉਹ ਤੇ ਮੇਰੇ ਤੋਂ ਦੂਰ ਨੇ ਜੀ, ਉਹ ਸਮਾਗਮ 'ਚ ਬੈਠੇ, ਭਾਵੇਂ ਰਾਤ ਦੇ 12 ਵਜੇ ਫੋਨ ਕਰ ਲਓ, ਉਹ ਸਮਾਗਮ 'ਚ ਬੈਠੇ ਨਹੀਂ, ਇਹਨੂੰ ਗੱਲ ਥੱਲੇ ਕੋਈ ਹੁੰਦੀ ਨਹੀਂ ਜੀ। ਤੇ ਮੈਂ ਮੁੜ ਕੇ ਸਾਬਕਾ ਜਥੇਦਾਰ ਨਾਲ ਗੱਲ ਕੀਤੀ ਗਿਆਨੀ ਗੁਰਬਚਨ ਸਿੰਘ ਹੋਰਾਂ ਨਾਲ, ਉਹਨਾਂ ਨੇ ਇੰਨੀ ਗੱਲ ਕਹੀ ਵੀ ਇਹ ਸੇਵਾ ਸ਼ੁਰੂ ਹੋਣੀ ਚਾਹੀਦੀ ਹੈ। ਵਾਕਿਆ ਅਸੀਂ 2010 'ਚ ਇਹਦਾ ਇੱਕ ਮਤਾ ਕੀਤਾ ਸੀਗਾ, ਸ਼੍ਰੋਮਣੀ ਕਮੇਟੀ ਭੇਜਿਆ ਸੀਗਾ, ਉਹ 'ਤੇ ਕਾਰਵਾਈ ਨਹੀਂ ਹੋ ਸਕੀ। ਅਸੀਂ ਕਹਿੰਦੇ ਇਹਦੀ ਪੁਰਾਤੱਤਵ ਨੂੰ ਵੇਖ ਕੇ ਇਹਨੂੰ ਬਹਾਲ ਰੱਖ ਕੇ ਜਿਹੜੀ ਇਹਦੀ ਸੇਵਾ ਇਮੀਡੀਏਟਲੀ ਹੋਣੀ ਚਾਹੀਦੀ ਆ। ਹੁਣ ਵੇਖਣਾ ਸ਼੍ਰੋਮਣੀ ਕਮੇਟੀ ਨੇ, ਸਾਡੇ ਬੁੱਧੀਜੀਵੀ ਵਰਗ ਨੇ। ਇੱਕ ਵਾਰੀ ਇਹ ਵੀ ਮੌਕਾ ਆਇਆ ਸੀ, ਸਰਦਾਰ ਕੁਲਵੰਤ ਸਿੰਘ ਦੱਸਦੇ ਆ ਵੀ ਜਿਹੜੇ ਸਾਡੇ ਯੂਕੇ ਵਾਲੇ ਬਾਬਾ ਮਹਿੰਦਰ ਸਿੰਘ ਜੀ ਹੈਗੇ, ਮਹਿੰਦਰ ਸਿੰਘ ਹੋਰੀ ਹੈਗੇ ਆ, ਉਹਨਾਂ ਨੂੰ ਇੱਕ ਵਾਰੀ ਸੇਵਾ ਦਾ ਐਲਾਨ ਵੀ ਕਰ ਦਿੱਤਾ ਗਿਆ ਸੀਗਾ, ਲੇਕਿਨ ਕਿਸੇ ਕਾਰਨ ਕਰਕੇ ਫਿਰ ਸ਼ੁਰੂ ਨਹੀਂ ਹੋ ਸਕੀ। ਔਰ ਉਹਨਾਂ ਨੂੰ ਸਾਰੇ ਪ੍ਰਵਾਨ ਵੀ ਕਰਦੇ ਆ, ਇਹ ਨਹੀਂ ਗੱਲ, ਬਾਬਾ ਮਹਿੰਦਰ ਸਿੰਘ ਸਾਰੇ ਪ੍ਰਬੰਧ ਕਰਦੇ ਆ, ਜੋ ਅੱਜ ਵੀ ਸੇਵਾ ਸ਼ੁਰੂ ਕਰਨ ਤੇ ਸਾਰੇ ਪ੍ਰਬੰਧ ਕਰ ਲੈਣਗੇ। ਇਹ ਸੇਵਾ ਹੋਣੀ ਬਹੁਤ ਜ਼ਰੂਰੀ ਆ। ਮੈਨੂੰ ਯਾਦ ਆ 1999 ਜਦੋਂ ਕਮੇਟੀ ਬਣੀ ਆ ਪਾਕਿਸਤਾਨ ਕਮੇਟੀ, ਉੱਥੇ ਜਿਹੜੇ ਬਾਪੂ ਸ਼ਾਮ ਸਿੰਘ ਪ੍ਰਧਾਨ ਬਣੇ ਸੀਗੇ, ਉਹਨਾਂ ਨੇ ਇੰਨੀ ਗੱਲ ਕਹੀ 2013 'ਚ ਸਟੇਜ ਤੋਂ ਕਿਹਾ ਸੀ, ਉੱਥੇ ਡੇਰਾ ਸਾਹਿਬ ਲਾਹੌਰ ਦੇ ਵਿੱਚ ਮੈਂ ਵੀ ਗਿਆ ਸੀ। ਉਦੋਂ ਉਹਨਾਂ ਕਿਹਾ ਜੀ ਜਿਹੜਾ ਜਦੋਂ ਮੈਂ ਇੱਥੇ ਸੇਵਾ ਕਰਦਾ ਸੀਗਾ
ਮੈਨੂੰ ਸ਼੍ਰੋਮਣੀ ਕਮੇਟੀ ਵਾਲੇ ਆਉਂਦੇ ਸੀ, ਉਹ ਸਾਮਿਆਂ ਆ ਦੇਖਬਾਜ ਮਾਰਦੇ ਹੋ, ਭਾਂਡੇ ਮਾਂਜਦੇ ਹੋ, ਦਰੀਆਂ ਝਾੜਦੇ ਹੋ, ਬੈੱਡ ਵਿਛਾ ਦਿਓ। ਮੈਂ ਸੇਵਾ ਕਰੀ ਜਾਂਦਾ ਸੀ ਜੋ ਹੈਗੇ ਸੀ। ਤੇ ਲੇਕਿਨ ਆਂਦਾ ਜਿਸ ਵੇਲੇ ਇਹ ਗੋਲਕਾਂ ਭਰ ਕੇ ਬੋਰੀਆਂ ਭਰ ਕੇ ਨੋਟੇ ਨਹੀਂ ਲੈ ਜਾਂਦੇ ਸੀਗੇ ਤੇ ਮੈਨੂੰ ਉਦੋਂ ਰੋਣ ਆਉਂਦਾ ਸੀ ਵੀ ਇੱਕ ਪਾਸੇ ਬਾਬੇ ਦਾ ਦਰਬਾਰ ਦਾ ਗੁੰਮਤ ਚੁੰਦਾ ਵਿਖਾਈ ਦਿੰਦਾ ਸੀ ਬਰਸਾਤਾਂ ਦੇ ਵਿੱਚ, ਤੇ ਦੂਜੇ ਪਾਸੇ ਮੈਨੂੰ ਇਹਨਾਂ ਦੀ ਬੋਰੀਆਂ ਦਿਸਦੀਆਂ ਸੀ। ਫਿਰ ਥੋੜਾ ਜਿਹਾ ਸੀਮਤ ਆ। ਫਿਰ ਮੈਂ ਉਸ ਵੇਲੇ ਕੀਤਾ ਵੀ ਮੈਂ ਇੰਨੀ ਗੱਲ ਕਹੀ ਵੀ ਅਸੀਂ ਕਮੇਟੀ ਬਣਾਵਾਂਗੇ। ਉਹ ਵੀ ਕਮੇਟੀ ਵੀ ਇਸੇ ਗੱਲ ਚੋਂ ਨਿਕਲੀ ਸੀ ਤੇ ਅੱਜ ਲੋੜ ਆ ਉਹਦੇ ਪੁਨਰ ਨਿਰਮਾਣ ਦੀ ਜੀ। ਭੱਟੀ ਸਾਹਿਬ ਸਮਾਂ ਆਪਣੇ ਕੋਲ ਸੀਮਿਤ ਹੈ, ਮੈਂ ਤੁਹਾਡੇ ਕੋਲ ਇੱਕ ਸਵਾਲ ਹੋਰ ਪੁੱਛਣਾ। ਅੱਜ ਦੇ ਦਿਨ ਚੀਫ ਖਾਲਸਾ ਦੀਵਾਨ ਜਿਹੜਾ ਆ ਉਸ ਦਾ ਵੀ ਸਥਾਪਨਾ ਦਿਹਾੜਾ ਜਿਹੜਾ ਆ ਉਹ ਹੈਗਾ, ਤੇ ਅੱਜ ਤੇ ਕੀ ਅੱਜ ਕੋਈ ਉੱਥੇ ਫੰਕਸ਼ਨ ਕੀਤਾ ਗਿਆ ਜਾਂ ਕੀ ਆ, ਜਾਂ ਇਸ ਵੇਲੇ ਹਾਲਾਤ ਕੀ ਆ ਚੀਫ ਖਾਲਸਾ ਦੀਵਾਨ ਦੇ? ਵੇਖੋ ਜੀ, ਚੀਫ ਖਾਲਸਾ ਦੀਵਾਨ ਦੇ ਵਿੱਚ ਬੜੇ ਵੱਡੇ ਜਿਹੜੇ ਸੀ ਅਰਜਨ ਸਿੰਘ ਬਾਗੜੀਆ ਵਰਗੇ, ਸੁੰਦਰ ਸਿੰਘ ਮਜੀਠੀਆ ਵਰਗੇ, ਸੁਜਾਨ ਸਿੰਘ ਵਰਗੇ ਲੀਡਰ ਰਹੇ ਨੇ। ਚੀਫ ਖਾਲਸਾ ਦੀਵਾਨ ਉਦੋਂ ਹੋਣ ਚਾਹਿਆ ਸੀ ਜਦੋਂ ਸਿੰਘ ਸਭਾ ਦਾ ਲਗਭਗ ਭੋਗ ਪੈ ਗਿਆ ਸੀਗਾ। ਸਿੰਘ ਸਭਾ ਤੋਂ ਜਿੰਨੇ ਆਗੂ ਸੀ, ਗੁਰਮੁਖ ਸਿੰਘ ਹੋਰੀ ਹੋਏ, ਤੁਹਾਡੇ ਆਪਣੇ ਉਹ ਗਿਆਨੀ ਦਿੱਤ ਸਿੰਘ ਹੋਰੀ, ਠਾਕਰ ਸਿੰਘ ਸੰਧਾ ਵਾਲੀਏ ਹੋਏ, ਇਹ ਸਾਰੇ ਕਬਰ ਬਿਕਰਮ ਸਿੰਘ ਹੋਏ, ਫਰੀਦਕੋਟ ਵਾਲੇ ਰਾਜਾ ਬਿਕਰਮ ਸਿੰਘ ਹੋਏ, ਇਹ ਜਦੋਂ ਚੜ੍ਹਾਈ ਕਰ ਗਏ ਸੀਗੇ ਉਦੋਂ ਸਿੰਘ ਸਭਾ ਲਗਭਗ ਡਿਫੰਕ ਹੋ ਚੁੱਕੀ ਸੀ। ਇਹ 1887 ਤੋਂ ਬਾਅਦ ਇਹ ਬੰਸਬ ਹੋ ਚੁੱਕੀ ਸੀ। ਉਸ ਤੋਂ ਬਾਅਦ ਫਿਰ ਇਹਨਾਂ ਸੋਚਿਆ ਵੀ ਹੁਣ ਸਾਨੂੰ ਜਿਹੜਾ ਵਾ ਕੋਈ ਨਵੀਂ ਜਥੇਬੰਦੀ ਬਣਾਉਣੀ ਚਾਹੀਦੀ ਆ। ਉਹਦੇ ਵਿੱਚ ਜਿਹੜੀਆਂ ਵੱਖ-ਵੱਖ ਜਥੇਬੰਦੀਆਂ 66 ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ। ਉਹ ਮੀਟਿੰਗ ਦੇ ਵਿੱਚ ਜਿਹੜਾ ਸੀ ਉਹ ਕੁਛ ਹੱਲ ਨਿਕਲ ਸਕਿਆ। ਫਿਰ ਦੂਸਰੀ ਮੀਟਿੰਗ ਹੋਈ, ਦੂਸਰੀ ਮੀਟਿੰਗ 'ਚ ਹੱਲ ਨਿਕਲ ਸਕਿਆ। ਤੀਜੀ ਮੀਟਿੰਗ ਦੇ ਵਿੱਚ ਲਾਹੌਰ ਦੇ ਵੀ ਤੇ ਅੰਮ੍ਰਿਤਸਰ ਦੇ ਵੀ ਸਾਰੇ 29 ਜਥੇਬੰਦੀਆਂ ਇਕੱਠੀਆਂ ਹੋਈਆਂ, ਜਿਹਦੇ ਵਿੱਚ ਇੱਕ ਕਮੇਟੀ ਬਣਾਏਗੀ ਵੀ ਇਹ ਵਿਧਾਨ ਬਣਾਉਣਗੇ। ਉਹਨਾਂ ਨੇ ਇੱਕ ਵਿਧਾਨ ਬਣਾਇਆ। ਉਹ ਵਿਧਾਨ ਬਣਾਉਣ ਤੋਂ ਬਾਅਦ ਫਿਰ ਜਿਹੜਾ ਸੀ ਇਹ 21 ਅਕਤੂਬਰ ਨੂੰ ਮੇਰੇ ਖਿਆਲ 21 ਅਕਤੂਬਰ 1902 ਨੂੰ ਜਿਹੜਾ ਸੀ ਇਹਦੀ ਮੀਟਿੰਗ ਹੋਈ। ਉਸ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਅਸੀਂ ਦੀਵਾਨ ਚੀਫ ਖਾਲਸਾ ਦੀਵਾਨ ਦੀ ਜਿਹੜੀ ਆ ਉਹ ਨਿਰਮਾਣ ਕਰਨਾ ਵਾ, ਤੇ 30 ਅਕਤੂਬਰ 1902 ਨੂੰ ਚੀਫ ਖਾਲਸਾ ਦੀਵਾਨ ਦਾ ਨਿਰਮਾਣ ਹੋਇਆ। ਉਹ ਨਿਰਮਾਣ ਹੋਣ ਦੇ ਵਿੱਚ ਪਹਿਲੇ ਜਿਹੜੇ ਪ੍ਰਧਾਨ ਬੰਦੇ ਸੀ ਅਰਜਨ ਸਿੰਘ ਬਾਗੜੀਆ ਬਣੇ, ਜਿਹੜੇ ਆਂਦਰੀ ਸਕੱਤਰ ਬਣੇ ਸੁੰਦਰ ਸਿੰਘ ਮਜੀਠੀਆ ਗਏ ਬਣੇ, ਤੇ ਆਂਦਰੀ ਸੈਕਟਰੀ ਜਿਹੜੇ ਸੀ ਸੁਜਾਨ ਸਿੰਘ ਸੋਢੀ ਬਣੇ। ਇਹਨਾਂ ਤੋਂ ਇਹ ਗੱਲ ਸ਼ੁਰੂ ਹੋਈ ਤੇ ਜੋ ਅੱਜ ਤੱਕ ਪ੍ਰਧਾਨ ਰਹੇ ਉਹਨਾਂ ਦਾ ਕੋਈ ਕਿਰਦਾਰ ਰਿਹਾ। ਲੇਕਿਨ ਪਿਛਲੇ ਸਮੇਂ ਦੇ ਵਿੱਚ ਇੱਕ ਪ੍ਰਧਾਨ ਦੀਆਂ ਅਸ਼ਲੀਲ ਵੀਡੀਓ ਜਾਰੀ ਹੋ ਗਈਆਂ, ਦੂਸਰੇ ਪ੍ਰਧਾਨ ਨੂੰ ਜਿਹੜਾ ਸੀ ਇੱਕ ਹੇਰਾਫੇਰੀ ਦੇ ਕੇਸ ਸਜ਼ਾ ਹੋ ਗਈ, ਤੇ ਤੀਸਰੇ ਪ੍ਰਧਾਨ ਤੋਂ ਕੋਈ ਆਸ ਨਹੀਂ ਕੀਤੀ ਜਾ ਸੀ। ਉਹ ਇੱਕ ਬਿਲਡਿੰਗ ਦਾ ਠੇਕੇਦਾਰ ਹੋ ਸਕਦਾ ਵਾ, ਲੇਕਿਨ ਉਹ ਪ੍ਰਬੰਧ ਦਾ ਕੋਈ ਪਤਾ ਨਹੀਂ। ਕਰੀਬ ਉਹਦੀ ਚੋਣ ਨੂੰ ਵੀ ਮੇਰੇ ਖਿਆਲ 8 ਮਹੀਨੇ ਹੋ ਗਿਆ, ਅਜੇ ਤੱਕ ਕੋਈ ਗੱਲ ਨਹੀਂ, ਕੋਈ ਪ੍ਰਾਪਤੀ ਨਹੀਂ ਹੋਈ। ਉਲਟਾ ਉਹਨਾਂ ਤੇ ਦੋਸ਼ ਲੱਗਦਾ ਵੀ ਬੱਚਿਆਂ ਕੋਲੋਂ ਪੈਸੇ ਲੈ ਕੇ ਤੁਸੀਂ ਹੇਰਾਫੇਰੀ ਕੀਤੀ, ਜਿਹੜੀ ਟੀ-ਸ਼ਰਟਾਂ ਖਰੀਦੀਆਂ ਤੁਸੀਂ। ਉਹਨਾਂ ਨੇ ਆਪਣੇ ਬੇਟੇ 'ਤੇ ਵੀ ਇਲਜ਼ਾਮ ਲੱਗਦੇ ਆ, ਆਪਣੇ ਬੇਟੇ ਨੂੰ ਆਊਟ ਆਫ ਦ ਵੇ ਜਾ ਕੇ ਮੈਂਬਰ ਪਾਇਆ, ਉਹਨਾਂ ਨੂੰ ਠੇਕੇਦਾਰੀਆਂ ਦਿੱਤੀਆਂ। ਇਸ ਕਰਕੇ ਤੇ ਚਲੋ ਚਿੰਤਾ ਦਾ ਵਿਸ਼ਾ ਹੈਗਾ ਹੀ ਹੈਗਾ ਵਾ, ਲੇਕਿਨ ਚੀਫ ਖਾਲਸਾ ਦੀਵਾਨ ਜਿਹੜੀ ਸਾਡੀ ਇੱਕ ਮਹੱਤਵਪੂਰਨ ਸੰਸਥਾ, ਜਿਹੜੀ ਵਿਦਿਅਕ ਤੇ ਧਾਰਮਿਕ ਸੰਸਥਾ ਬਣੀ ਸੀ, ਅੱਜ ਦੇ ਦਿਨਾਂ ਦਾ ਨਿਰਮਾਣ ਹੋਇਆ ਸੀ। ਅੱਜ ਉਹਨਾਂ ਨੇ ਉਹ ਸਮਾਗਮ ਕੀਤਾ ਨਹੀਂ ਕੀਤਾ, ਇਹਦੇ ਬਾਰੇ ਤਾਂ ਕੋਈ ਜਾਣਕਾਰੀ ਨਹੀਂ। ਜੇ ਉਹ ਭੁੱਲ ਗਿਆ ਤੇ ਫਿਰ ਸਮਝ ਲਓ ਉਹ ਸਜੇ ਇਤਿਹਾਸ ਨੂੰ ਭੁੱਲ ਗਿਆ, ਤੇ ਸਮਝ ਲਓ ਫਿਰ ਸਭ ਕੁਝ ਹੀ ਭੁੱਲ ਗਿਆ ਜੀ। ਸੋ ਬਿਲਕੁਲ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ, ਜਿਨ੍ਹਾਂ ਦੇ ਨਾਲ ਅਸੀਂ ਪ੍ਰੋਗਰਾਮ ਕਰੰਟ ਅਫੇਅਰ ਦੇ ਵਿੱਚ ਖਬਰਾਂ ਦੇ ਉੱਤੇ ਚਰਚਾ ਕੀਤੀ ਤੇ ਬੜੀਆਂ ਅਹਿਮ ਗੱਲਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਜਿਹੜੀਆਂ ਆ ਉਹ ਸਾਂਝੀਆਂ ਕੀਤੀਆਂ। ਸੋ ਇਸ ਤੋਂ ਬਾਅਦ ਦੇ ਵਿੱਚ ਫਿਰ ਨਵਾਂ ਪ੍ਰੋਗਰਾਮ ਜਿਹੜਾ ਉਹ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ, ਕਿਉਂਕਿ ਪੱਟੀ ਸਾਹਿਬ ਨੇ ਵੀ ਹੁਣ ਪਾਕਿਸਤਾਨ ਵਾਸਤੇ ਜਿਹੜਾ ਆ ਉਹ ਜਾਣਾ ਕੁਝ ਦਿਨਾਂ ਵਾਸਤੇ। ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਇਹਨਾਂ ਦੇ ਜਾਣ ਤੋਂ ਪਹਿਲਾਂ ਜੇ ਤੁਹਾਡੇ ਤੱਕ ਪ੍ਰੋਗਰਾਮ ਜਿਹੜਾ ਅਸੀਂ ਪਹੁੰਚਾ ਸਕੀਏ, ਨਹੀਂ ਤਾਂ ਫਿਰ 10 ਤਰੀਕ ਤੋਂ ਜਾਂ 15 ਤਰੀਕ ਤੋਂ ਬਾਅਦ ਦੇ ਵਿੱਚ ਫਿਰ ਤੁਹਾਡੇ ਸਾਹਮਣੇ ਜਿਹੜਾ ਆ ਉਹ ਹਾਜ਼ਰ ਹੋਵਾਂਗੇ। ਇੱਥੇ ਹੀ ਬੁਲਾਉਂਦੇ ਹਾਂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।